ठहरो जरा, हैरान ना होवो। एक बार फिर ध्यान नाल देखो। ਇਹ ਦ੍ਰਿਸ਼ ਕਿਸੇ ਪ੍ਰਾਈਵੇਟ ਸਕੂਲ ਦੇ ਨਹੀਂ, ਸਗੋਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹਨ। ਤੁਸਾਂ ਕਦੇ ਇਸ ਤਰ੍ਹਾਂ ਦਾ ਚਮਚਮਾਉਂਦਾ ਸਕੂਲ ਆਧੁਨਿਕ ਯੰਤਰਾਂ ਨਾਲ ਭਰਪੂਰ ਦੇਖਿਆ ਨਹੀਂ ਹੋਵੇਗਾ। ਅੱਜ ਤੁਹਾਨੂੰ ਦਿਖਾਵਾਂਗਾ ਇੱਕ ਸਧਾਰਨ ਸਕੂਲ ਪੰਜਾਬ ਦੇ ਨਕਸ਼ੇ ਉੱਪਰ ਉੱਭਰ ਕੇ ਕਿਵੇਂ ਆਇਆ, ਜਿੱਥੇ ਦਾ ਅਧਿਆਪਕ ਸਵਖਤੇ ਉੱਠ ਕੇ ਪਹਿਲਾਂ ਆਪ ਸਫਾਈਆਂ ਕਰਦਾ ਹੈ ਤੇ ਬਾਅਦ ਵਿੱਚ ਸਾਰਾ ਦਿਨ ਬੱਚਿਆਂ ਨੂੰ ਅੱਖਰ ਗਿਆਨ ਦੇ ਨਾਲ ਜੋੜਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਤੇ ਇਸ ਵਕਤ ਜ਼ਿਲ੍ਹਾ ਫਰੀਦਕੋਟ ਦੇ ਬਾੜਾ ਭਾਈਕਾ ਪਿੰਡ ਵਿਖੇ ਮੌਜੂਦ ਹਾਂ ਤੇ ਪ੍ਰਾਇਮਰੀ ਸਕੂਲ ਦੇ ਇਸ ਵਕਤ ਬਿਲਕੁਲ ਐਂਟਰੀ ਗੇਟ ਤੇ ਖੜੇ ਹਾਂ। ਦਿਖਾਉਂਦੇ ਹਾਂ ਦ੍ਰਿਸ਼ ਤੁਹਾਨੂੰ ਪ੍ਰਾਇਮਰੀ ਸਕੂਲ ਬਾੜਾ ਭਾਈਕੇ ਦੇ, ਜਿਹਨੂੰ ਉੱਪਰਲੀ ਨਿਗਾਹ ਤੋਂ ਦੇਖਿਆ ਲੱਗ ਰਿਹਾ ਕਿ ਇਹ ਕਿਸੇ ਪ੍ਰਾਈਵੇਟ ਸਕੂਲ ਦੀ ਇਮਾਰਤ ਆ ਤੇ ਪ੍ਰਾਈਵੇਟ ਸਕੂਲ ਦੇ ਅਦਾਰੇ ਦੀ ਤਰ੍ਹਾਂ ਸਕੂਲ ਇੱਕ ਆਪਣੀ ਨਵੇਕਲੀ ਦਿੱਖ ਦੇ ਰਿਹਾ। ਵਡੇਰੇ ਆਖਦੇ ਨੇ ਕਿ ਬੰਦੇ ਦਾ ਬਚਪਨ ਬਿਲਕੁਲ ਕੋਰਾ ਕਾਗਜ਼ ਹੁੰਦਾ। ਉਸ ਕੋਰੇ ਕਾਗਜ਼ ਦੇ ਉੱਪਰ ਜੋ ਕੁਛ ਸ਼ੁਰੂਆਤੀ ਦੌਰ ਵਿੱਚ ਉਕਰ ਦਿੱਤਾ ਜਾਵੇ, ਇਨਸਾਨ ਸਾਰੀ ਜ਼ਿੰਦਗੀ ਉਹਨਾਂ ਪੈੜਾਂ ਉੱਪਰ ਵੀ ਆਪਣੇ ਪੈਰ ਧਰਦਾ ਅੱਗੇ ਜ਼ਿੰਦਗੀ ਵਿੱਚ ਵੱਧਦਾ ਆ। ਬਾੜਾ ਭਾਈਕਾ ਸਕੂਲ ਪ੍ਰਾਇਮਰੀ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਰਜਿੰਦਰ ਜੀ ਇਸ ਸਕੂਲ ਦੇ ਟੀਚਰ ਮੌਜੂਦ ਆ, ਜਿਨ੍ਹਾਂ ਨੇ ਇਸ ਸਕੂਲ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਨਕਸ਼ੇ ਦਾ ਸਕੂਲ ਬਣਾਇਆ। ਕੀ ਦਿੱਕਤਾਂ ਆਈਆਂ, ਕਿੰਨੀਆਂ ਉਹਨਾਂ ਨੇ ਮਿਹਨਤਾਂ ਕੀਤੀਆਂ ਤੇ ਕਿੰਨਾ ਕੁ ਸਮਾਜ ਦਾ ਪਿੰਡ ਦਾ ਸਾਥ ਰਿਹਾ ਤੇ ਅੱਜ ਸਕੂਲ ਜੇ 1 ਨੰਬਰ ਦਰਜੇ ਦੇ ਉੱਪਰ ਪੰਜਾਬ ਦੇ ਨਕਸ਼ੇ ਦੇ ਉੱਪਰ ਉਕਰਿਆ ਹੋਇਆ ਤੇ ਉਹਦੇ ਲਈ ਆਉਣ ਲਈ ਮਿਹਨਤ ਉਹਨਾਂ ਨੂੰ ਕਿੰਨੀ ਕਰਨੀ ਪਈ। ਰਜਿੰਦਰ ਜੀ ਨਿੱਘਾ ਜੀ ਆ। ਸਤਿ ਸ਼੍ਰੀ ਅਕਾਲ ਜੀ। ਰਜਿੰਦਰ ਜੀ, ਤੁਹਾਡਾ ਸਕੂਲ ਇਸ ਵਕਤ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਕਹਿ ਸਕਦੇ ਕਿ ਅੱਵਲ ਦਰਜੇ ਦੇ ਵਿੱਚ ਦੇਖਣ ਨੂੰ ਸਾਰਾ ਢੰਗ ਤਰੀਕਾ, ਸਾਰਾ ਸਟਰਕਚਰ ਇਸ ਵਕਤ ਨਜ਼ਰ ਆ ਰਿਹਾ। ਇਸ ਸਕੂਲ ਦੇ ਵਿੱਚ ਇੱਥੇ ਤੱਕ ਪਹੁੰਚਣ ਲਈ ਕਿਹੜਾ ਉਹ ਸਫ਼ਰ ਤੈਅ ਕਰਨਾ ਪਿਆ ਜਿਹੜਾ ਸਾਡੇ ਪੰਜਾਬ ਦੇ ਕਿਸੇ ਹੋਰ ਖਿੱਤੇ ਦੇ ਵਿੱਚ ਇੰਨਾ ਵਧੀਆ ਸਕੂਲ ਹੋਰ ਨਹੀਂ ਕੋ ਬਣ ਸਕਿਆ? ਸਰ, ਅਸੀਂ ਅਕਤੂਬਰ 2008 ਦੇ ਵਿੱਚ ਇੱਥੇ ਜੁਆਇਨ ਕੀਤਾ ਸੀ ਜੀ। ਤਾਂ ਮੇਰੇ ਵਾਈਫ ਵੀ ਮੇਰੇ ਨਾਲ ਇਸੇ ਸਕੂਲ ਦੇ ਵਿੱਚ ਜੁਆਇਨ ਕੀਤੇ ਸੀ। ਤਾਂ ਅਸੀਂ 2008 ਦੇ ਵਿੱਚ ਦੇਖਿਆ ਕਿ ਜਿਹੜੇ ਲੋਕਾਂ ਦੇ ਵਿੱਚ ਸਰਕਾਰੀ ਸੰਸਥਾਵਾਂ ਦੇ ਪ੍ਰਤੀ ਕੁਝ ਵਿਸ਼ਵਾਸ ਟੁੱਟਿਆ ਹੋਇਆ ਸੀ ਅਤੇ ਕੁਛ ਉਹਨਾਂ ਦੇ ਅੰਦਰ ਕੁਛ ਲਿਮੀਟੇਸ਼ਨਸ ਬਣੀਆਂ ਹੋਈਆਂ ਸੀ ਕਿ ਸਰਕਾਰੀ ਸੰਸਥਾਵਾਂ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਕਈ ਤਰ੍ਹਾਂ ਦੀਆਂ ਲਿਮੀਟੇਸ਼ਨਸ ਸੀ। ਤਾਂ ਅਸੀਂ ਇੱਥੇ ਕੰਮ ਕਰਨਾ ਸੀ, ਉਹਨਾਂ ਲਿਮੀਟੇਸ਼ਨਸ ਨੂੰ ਤੋੜਨਾ ਸੀ, ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਇਹ ਤੋੜਨੀਆਂ ਪੈਂਦੀਆਂ। ਜੋ ਰਵਾਇਤਾਂ ਬਣੀਆਂ ਹੁੰਦੀਆਂ, ਕੁਛ ਨਵੀਆਂ ਰਵਾਇਤਾਂ ਚੱਲਣੀਆਂ ਪੈਂਦੀਆਂ। ਕੀ ਇੰਪੋਸੀਬਲ ਹੈ, ਕੀ ਪੋਸੀਬਲ ਹੈ, ਉਹ ਕਰਕੇ ਹੀ ਪਤਾ ਲੱਗਦਾ। ਰਜਿੰਦਰ ਜੀ, ਜਦੋਂ ਤੁਹਾਡੀਆਂ ਜੁਆਇਨਿੰਗ ਹੋਈਆਂ, ਤੁਹਾਡੀ ਪਤਨੀ ਦੀ ਅਤੇ ਤੁਹਾਡੀਆਂ ਫਰੈਸ਼ ਜੁਆਇਨਿੰਗ, ਫਸਟ ਜੁਆਇਨਿੰਗ ਇੱਥੇ ਹੋਈਆਂ ਸੀ? ਹਾਂਜੀ ਸਰ, ਸਾਡੀ ਪਹਿਲੀ ਜੁਆਇਨਿੰਗ ਇਸੇ ਸਕੂਲ ਦੇ ਵਿੱਚ ਹੋਈ ਸੀ ਅਕਤੂਬਰ 2008 ਦੇ ਵਿੱਚ ਜੀ। ਹਾਂਜੀ। ਅਤੇ ਜਦੋਂ ਤੁਸੀਂ ਸਕੂਲ ਦੇ ਵਿੱਚ ਆਏ ਹੋ ਤਾਂ ਉਸ ਵੇਲੇ ਸਕੂਲ ਦੇ ਵਿੱਚ ਮਤਲਬ ਕੀ ਸਟਰਕਚਰ ਸੀਗਾ, ਕਿੰਨੇ ਕਮਰੇ ਸੀ ਅਤੇ ਬੱਚੇ ਕਿੰਨੇ ਸੀ? ਸਰ, ਉਸ ਟਾਈਮ ਦੇ ਵਿੱਚ ਬੱਚਿਆਂ ਦੀ ਗਿਣਤੀ ਘੱਟ ਸੀ ਔਰ ਜਿਹੜੇ ਇਨਫਰਾਸਟਰਕਚਰ ਦੀ ਗੱਲ ਕਰੀਏ ਤਾਂ ਕੁਛ ਬਿਲਡਿੰਗ ਸੀ ਪੁਰਾਣੀ ਸੀ, ਕੁਛ ਨਵੀਂ ਸੀ। ਤਾਂ ਜਿਹੜੀ ਪੁਰਾਣੀ ਬਿਲਡਿੰਗ ਸੀ ਉਹ ਲਗਭਗ ਅਨਸੇਫ ਸੀ, ਉਹਨੂੰ ਨਵਾਂ ਬਣਾਉਣ ਦਾ ਜ਼ਰੂਰਤ ਸੀ। ਔਰ ਜੋ ਗਰਾਊਂਡ ਸੀ ਸਾਰੇ ਕੱਚੇ ਸੀ। ਕਾਫੀ ਜ਼ਿਆਦਾ ਜੋ ਬੱਚਿਆਂ ਦੇ ਬੈਂਚਸ ਵਗੈਰਾ ਹੈ, ਜੋ ਬੇਸਿਕ ਨੀਡਸ ਹੈ ਬੱਚਿਆਂ ਦੀਆਂ, ਉਹ ਉਸ ਟਾਈਮ 'ਤੇ ਨਹੀਂ ਸੀਗੀਆਂ ਪੂਰੀਆਂ ਹੋਈਆਂ। ਤਾਂ ਅਸੀਂ ਜਦੋਂ 2008 ਦੇ ਵਿੱਚ ਆਏ ਤਾਂ ਆਉਣ ਸਾਰ ਪਹਿਲਾਂ ਅਸੀਂ ਕੀ ਕੀਤਾ, ਕੁਛ ਬੱਚਿਆਂ ਨੂੰ 60-65 ਬੱਚਿਆਂ ਨੂੰ ਅਡੋਪਟ ਕੀਤਾ ਔਰ ਉਹਨਾਂ ਦੀ ਅਸੀਂ ਤਿਆਰੀ ਕਰਵਾਈ, ਉਹਨਾਂ ਨੂੰ ਪੜ੍ਹਾਇਆ। ਫਿਰ 6 ਮਹੀਨੇ ਬਾਅਦ ਉਹਨਾਂ ਦੀ ਪਰਫੋਰਮੈਂਸ ਅਸੀਂ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਦਿੱਤੀ। ਪੇਰੈਂਟਸ ਨੂੰ ਅਸੀਂ ਰਿਕੁਐਸਟ ਕੀਤੀ ਵੀ ਜੇ ਤੁਹਾਨੂੰ ਸਾਡਾ ਕੰਮ ਕੀਤਾ ਚੰਗਾ ਲੱਗਦਾ ਹੈ ਤਾਂ ਸਾਡਾ ਤੁਸੀਂ ਸਹਿਯੋਗ ਦਿਓ, ਸਾਨੂੰ ਸਮਾਧਾਨ ਦਿਓ।
ਜਿੰਨੇ ਵੀ ਸਕਿਲਡ ਵਰਕਰ ਹੈ, ਜਦੋਂ ਵੀ ਤੁਹਾਡੇ ਕੋਲ ਟਾਈਮ ਫ੍ਰੀ ਹੁੰਦਾ ਉਹ ਸਾਡੇ ਨਾਲ ਸਕੂਲ 'ਚ ਲਵਾਓ ਅਤੇ ਆਪਾਂ ਇਨਫਰਾਸਟਰਕਚਰ ਨੂੰ ਇੰਪਰੂਵ ਕਰਾਂਗੇ। ਤਾਂ ਅਸੀਂ ਉਦੋਂ ਤੋਂ ਹੀ ਲੱਗੇ, ਇਹਨਾਂ ਦੀਆਂ ਪਹਿਲਾਂ ਬੇਸਿਕ ਰਿਕੁਆਇਰਮੈਂਟਸ ਜੋ ਸੀ ਉਹਨਾਂ ਨੂੰ ਪੂਰੀਆਂ ਕੀਤੀਆਂ, ਬੇਸਿਕ ਨੀਡਸ ਪੂਰੀਆਂ ਕੀਤੀਆਂ। ਹੌਲੀ ਹੌਲੀ ਸਟੈਪ ਵਾਈਜ਼ ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਸੀ ਅਸੀਂ ਉਹ ਕੰਮ ਕਰਦੇ ਗਏ। ਔਰ ਇਹਦੇ 'ਚ ਗੱਲ ਇਹ ਹੈ ਜੀ ਕਿ ਅਸੀਂ ਜਿੰਨਾ ਵੀ ਕੰਮ ਕੀਤਾ ਹੈ ਅਸੀਂ ਆਪਣੇ ਹੱਥੀਂ ਕੀਤਾ ਹੈ। ਅਸੀਂ ਇਹ ਨਹੀਂ ਸੋਚਿਆ, ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਤਾਂ ਜਿੰਨੀ ਦੇਰ ਅਸੀਂ ਆਪਣੇ ਹੱਥੀਂ ਨਹੀਂ ਕੰਮ ਕਰਦੇ ਤਾਂ ਉਨੀ ਦੇਰ ਕਿਸੇ ਵੀ ਕੰਮ ਨੂੰ ਅਸੀਂ ਪ੍ਰੋਪਰ ਵੇ ਨਾਲ ਨਹੀਂ ਹੱਥੀਂ ਦਾ ਮਤਲਬ ਕਿ ਜਿਵੇਂ ਤੁਸੀਂ ਦੇਖਦੇ ਕਿ ਸਕੂਲ ਦੀ ਸਫਾਈ ਵੀ ਤੁਸੀਂ ਖੁਦ ਕਰਦੇ ਹੋ, ਬਾਕੀ ਵੀ ਸਾਰਾ ਕੰਮ ਜਿਹੜਾ ਤੁਸੀਂ ਔਨ ਡਿਊਟੀ ਤਾਂ ਕਰਦੇ ਹੋ, ਡਿਊਟੀ ਤੋਂ ਬਾਅਦ ਵੀ ਆਪਣਾ ਇਹ ਕੰਮ ਕਰਦੇ ਸਾਨੂੰ ਪਤਾ ਲੱਗਾ। ਮਤਲਬ ਕਿਹੜੇ ਕੰਮ ਜਿਹੜੇ ਤੁਸੀਂ ਹੱਥੀਂ ਕੀਤੇ ਨੇ ਜਦੋਂ ਬਿਲਡਿੰਗ ਬਣਦੀ ਸੀਗੀ ਜਾਂ ਹੋਰ ਢਾਂਚਾ ਤਿਆਰ ਹੋ ਰਿਹਾ ਸੀ? ਸਰ ਇਸ ਤਰ੍ਹਾਂ ਵੀ ਸਾਡੇ ਕੋਲ ਕੋਈ ਫੰਡਸ ਤਾਂ ਹੁੰਦੇ ਨਹੀਂ ਸੀ ਉਸ ਟਾਈਮ। ਸਾਡੀ ਤਨਖਾਹ ਵੀ ਉਸ ਟਾਈਮ 4500 ਸੀ। ਅਸੀਂ ਸਕੂਲ ਦੇ ਵਿੱਚ ਕੰਮ ਵੀ ਕਰਨਾ ਸੀ। ਤਾਂ ਉਦੋਂ ਕੀ ਹੋਇਆ ਕਿ ਮੈਂ ਪਹਿਲਾਂ ਨਾ ਜਦੋਂ ਮੈਨੂੰ ਤਨਖਾਹ ਮਿਲੀ ਤਾਂ ਪਹਿਲੀ ਦੂਜੀ ਤਨਖਾਹ 'ਤੇ ਮੈਂ 5000 ਰੁਪਏ ਦੇ ਮਿਸਤਰੀਆਂ ਦੇ ਸਾਰੇ ਟੂਲਸ ਲੈ ਕੇ ਆਇਆ। ਕੋਈ ਕਰੰਡੀ ਤੇ ਸੀ, ਕੋਈ ਲੱਕੜ ਦਾ ਕੰਮ ਕਰਨਾ ਹੈ, ਕੋਈ ਬਿਜਲੀ ਦਾ ਕੰਮ ਕਰਨਾ ਹੈ ਜਾਂ ਕੋਈ ਹੋਰ ਕੋਈ ਵੀ ਕੰਮ ਕਰਨਾ ਹੈ, ਉਹਨਾਂ ਵਾਸਤੇ ਮੈਂ ਟੂਲਸ ਲੈ ਕੇ ਆਇਆ। ਕਿਉਂਕਿ ਜਦੋਂ ਆਪਾਂ ਕਿਸੇ ਤੋਂ ਕੰਮ ਕਰਾਉਣਾ, ਕਿਸੇ ਮਿਸਤਰੀ ਤੋਂ ਕੰਮ ਕਰਾਉਣਾ, ਉਹਨੂੰ ਲੇਬਰ ਵੀ ਦੇਣੀ ਹੈ, ਮਟੀਰੀਅਲ ਵੀ ਚਾਹੀਦਾ ਹੈ, ਤਾਂ ਉਹ ਕਿੱਥੋਂ ਦੇਵਾਂਗੇ, ਸਾਡੇ ਕੋਲ ਹੈ ਨਹੀਂ। ਤਾਂ ਇੰਨਾ ਕੁ ਮਤਲਬ ਅਸੀਂ ਆਪਣੀ ਐਜੂਕੇਸ਼ਨ ਦੇ ਵਿੱਚ, ਮੈਂ ਜਿਵੇਂ MSc ਅਪਲਾਈਡ ਫਿਜ਼ਿਕਸ ਕੀਤੀ ਸੀ, ਉੱਥੇ ਮੈਂ ਇਹ ਕੰਮ ਹੱਥੀਂ ਕੰਮ ਕਰਦਾ ਰਿਹਾ ਹਰ ਤਰ੍ਹਾਂ ਦੀ। ਤਾਂ ਮੈਂ ਉਹ ਲਿਆ ਕੇ ਰੱਖੇ ਸੀ। ਮੈਂ ਪਹਿਲਾਂ ਆਪਣੇ ਹੱਥੀਂ ਕੰਮ ਇਹ ਕਰਨਾ ਸਟਾਰਟ ਕੀਤਾ। ਮਿਸਤਰੀਆਂ ਵਾਲੇ ਕੰਮ ਵੀ ਜੋ ਕੁਛ ਲੱਕੜ ਦਾ ਸੀ, ਕੁਛ ਹੋਰ ਸੀ, ਉਹ ਵੀ ਕਰਦੇ ਸੀ। ਔਰ ਸਾਫ਼ ਸਫਾਈ ਵੀ ਸਾਰੀ ਆਪਣੀ ਹੱਥੀਂ ਕਰਦੇ ਸੀ। ਜਿਵੇਂ ਹੁਣ ਕੁਛ ਬੱਚੇ ਜਿਹੜੇ ਲੌਂਗ ਐਬਸੈਂਟੀ ਸੀ, ਉਹ ਨਹੀਂ ਆਉਂਦੇ ਸੀ ਸਕੂਲ, ਘਰੇ ਗਏ, ਉਹਨਾਂ ਨੂੰ ਲੈ ਆਏ, ਉਹ ਸੁੱਤੇ ਪਏ ਆ, ਉਹਨਾਂ ਨੂੰ ਉਸੇ ਤਰ੍ਹਾਂ ਪੇਰੈਂਟਸ ਨੇ ਦਿਹਾੜੀ ਜਾਣਾ, ਉਹਨਾਂ ਨੂੰ ਉਸੇ ਤਰ੍ਹਾਂ ਸਕੂਟਰ 'ਤੇ ਬਿਠਾ ਕੇ ਸਕੂਲ ਲਿਆਏ, ਇੱਥੇ ਲਿਆ ਕੇ ਉਹਨਾਂ ਨੂੰ ਨਵਾਤਾ, ਸਿਰ ਵਾਹਤਾ ਉਹਨਾਂ ਦਾ, ਉਹਨਾਂ ਨੂੰ ਰੋਟੀ ਖਵਾਤੀ, ਫਿਰ ਉਹਨਾਂ ਨੂੰ ਕਲਾਸ 'ਚ ਬਿਠਾਤਾ। ਮਤਲਬ ਇਸ ਤਰ੍ਹਾਂ ਦਾ ਹਰ ਕੋਈ ਕੰਮ ਜੋ ਵੀ ਲੱਗਦਾ ਸੀ ਕਰਨ ਵਾਲਾ ਉਹ ਅਸੀਂ ਆਪਦੇ ਹੱਥੀਂ ਕਰਦੇ ਸੀ ਇੱਥੇ। ਮਤਲਬ ਜਿਹੜੇ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਪੜ੍ਹਾਈ ਦਾ, ਅੱਖਰ ਗਿਆਨ ਦਾ ਨਹੀਂ ਸੀਗਾ, ਉਹਨਾਂ ਨੂੰ ਪਹਿਲਾਂ ਉਸ ਮਾਹੌਲ ਵਿੱਚ ਲੈ ਕੇ ਆਂਦਾ, ਉਹਨਾਂ ਨੂੰ ਫੀਲ ਕਰਾਇਆ ਵੀ ਸਕੂਲ ਜਿਹੜਾ ਇੱਕ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਨੀਂਹ ਰੱਖੂਗਾ। ਜਦੋਂ ਬੱਚੇ ਸ਼ੁਰੂਆਤ ਹੋ ਗਈ ਉਸ ਤੋਂ ਬਾਅਦ ਫਿਰ ਪਿੰਡ ਵਾਲਿਆਂ ਨੇ ਵੀ ਕੋਈ ਸਾਥ ਦਿੱਤਾ? ਬਿਲਕੁਲ ਸਰ, ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ। ਅਸੀਂ ਜਦੋਂ ਵੀ ਬੁਲਾਉਂਦੇ ਸੀ ਹਾਜ਼ਰ ਹੁੰਦੇ ਸੀ। ਕਿਸੇ ਜਗ੍ਹਾ 'ਤੇ ਸਾਨੂੰ ਕੋਈ ਭਰਤ ਦੀ ਲੋੜ ਪੈਂਦੀ ਸੀ, ਕਿਸੇ ਵਹੀਕਲ ਦੀ ਲੋੜ ਪੈਂਦੀ ਸੀ, ਜਾਂ ਸਾਨੂੰ ਹੱਥੀਂ ਕੰਮ ਕਰਨ ਦੀ ਲੋੜ ਪੈਂਦੀ ਸੀ ਤਾਂ ਸੇਵਾਦਾਰ ਸਾਡੇ ਕਹੇ 'ਤੇ ਆ ਜਾਂਦੇ ਸੀ। ਔਰ ਅਸੀਂ ਦੇਖੋ, ਕੋਈ ਵੀ ਕੰਮ ਕਰਨ ਦੇ ਲਈ ਕੁਛ ਪੈਸਾ ਚਾਹੀਦਾ ਹੁੰਦਾ ਹੈ। ਤਾਂ ਜਦੋਂ ਇੱਕ ਤਾਂ ਅਸੀਂ ਕੋਈ ਕੰਮ ਪੈਸਾ ਦੇ ਕੇ ਕਰਾਉਣਾ, ਇੱਕ ਕਿਸੇ ਨੇ ਸੇਵਾ ਭਾਵ ਨਾਲ ਕਰਨਾ ਹੈ, ਉਹਨਾਂ ਦੋਨਾਂ ਗੱਲਾਂ 'ਚ ਫ਼ਰਕ ਹੁੰਦਾ ਹੈ। ਤਾਂ ਅਸੀਂ ਉਦੋਂ ਰਿਕੁਐਸਟ ਲੋਕਾਂ ਨੂੰ ਇਹ ਕੀਤੀ ਸੀ ਕਿ ਤੁਸੀਂ ਅਗਰ ਸਾਨੂੰ ਆਪਣਾ ਸਮਾਂਦਾਨ ਦਿਓ, ਸਮਾਂਦਾਨ ਤੁਸੀਂ ਸਾਨੂੰ ਦਿਓ, ਅਸੀਂ ਕੰਮ ਕਰਾਂਗੇ, ਸਾਡੇ ਨਾਲ ਕਰੋ। ਜਿੰਨੇ ਵੀ ਸਕਿਲਡ ਵਰਕਰ ਹੈ, ਕੋਈ ਇਲੈਕਟ੍ਰੀਸ਼ੀਅਨ ਹੈ, ਕੋਈ ਟੈਕਨੀਸ਼ੀਅਨ ਹੈ, ਕੋਈ ਲੱਕੜ ਦਾ ਮਿਸਤਰੀ ਹੈ, ਕੋਈ ਲੋਹੇ ਦਾ ਮਿਸਤਰੀ ਹੈ, ਕੋਈ ਚਨਾਈ ਦਾ ਮਿਸਤਰੀ ਹੈ, ਸਾਡੇ ਨਾਲ ਜੁੜੋ। ਆਪਾਂ ਫ੍ਰੀ ਟਾਈਮ ਦੇ ਵਿੱਚ ਤੁਸੀਂ ਸਾਡੇ ਨਾਲ ਲਾਓ, ਘੰਟਾ 2 ਘੰਟੇ ਜਿੰਨੇ ਵੀ ਤੁਹਾਡੇ ਕੋਲ ਫ੍ਰੀ ਟਾਈਮ ਹੈ। ਤਾਂ ਇਸੇ ਤਰ੍ਹਾਂ ਹੀ ਅਸੀਂ ਇਕੱਲੀ ਚੀਜ਼ ਨੂੰ ਬਣਾਇਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੇਖੋ ਕੁਛ ਰਿਕੁਆਇਰਮੈਂਟਸ ਹੁੰਦੀਆਂ। ਹਰ ਇੱਕ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਪਹਿਲਾਂ ਤਾਂ ਇਹ ਹੈ ਵੀ ਸਾਡੇ ਕੋਲ ਸਾਡੇ ਕੈਂਪਸ ਦੇ ਵਿੱਚ ਅਵੇਲੇਬਲ ਕੀ ਹੈ, ਕੀ ਉਹ ਸਾਫ਼ ਸੁਥਰਾ ਹੈ, ਕੀ ਉਹ ਵਰਤੋਂ ਯੋਗ ਹੈ, ਜਾਂ ਉਸ ਨੂੰ ਰਿਪੇਅਰ ਕਰਨ ਦੀ ਲੋੜ ਹੈ। ਪਹਿਲਾਂ ਤਾਂ ਇਹ ਚੀਜ਼ ਦੇਖਣੀ, ਜੋ ਤੁਹਾਡੇ ਕੋਲ ਅਵੇਲੇਬਲ ਹੈ ਉਸ ਨੂੰ ਵਰਤੋਂ 'ਚ ਲਿਆਉਣਾ। ਦੂਸਰੀ ਗੱਲ ਕੀ ਹੈ, ਜੇ ਮੈਂ ਮਤਲਬ ਆਉਣ ਸਾਰੀ ਇਹ ਗੱਲ ਕਰਨ ਲੱਗ ਜਾਂ, ਕੋਈ ਬਹਾਨੇ ਬਣਾਉਣ ਲੱਗ ਜਾਂ, ਯਾਰ ਮੇਰੇ ਕੋਲ ਆਹ ਨਹੀਂ, ਮੈਂ ਲੋਕਾਂ ਤੋਂ ਡਿਮਾਂਡ ਕਰਨ ਲੱਗ ਜਾਂ, ਮੈਨੂੰ ਆਹ ਵੀ ਦਿਓ। ਪਹਿਲਾਂ ਜੋ ਪਿਆ ਮੈਂ ਉਸ ਨੂੰ ਤਾਂ ਸੰਵਾਰ ਲਾਂ, ਉਸ ਨੂੰ ਤਾਂ ਵਰਤ ਲਾਂ, ਅਗਲੀ ਡਿਮਾਂਡ ਉਸ ਤੋਂ ਬਾਅਦ ਦੀ ਗੱਲ ਹੈ। ਤਾਂ ਅਸੀਂ ਪਹਿਲਾਂ ਅਨੁਸਾਰ ਇਹ ਦੇਖਿਆ ਵੀ ਸਾਡੇ ਕੋਲ ਅਵੇਲੇਬਲ ਕੀ ਹੈ, ਉਸ ਨੂੰ ਸੰਵਾਰਿਆ, ਉਸ ਨੂੰ ਵਰਤਿਆ, ਅਗਲੀ ਗੱਲ ਅਸੀਂ ਬਾਅਦ 'ਚ ਕੀਤੀ। ਔਰ ਸਾਡੀ ਕੋਸ਼ਿਸ਼ ਇਹ ਰਹੀ ਵੀ ਜਿੰਨਾ ਕੁ ਸਾਡੇ ਕੋਲ ਕੋਈ ਪੈਸਾ ਮਿਲਦਾ ਹੈ, ਸਾਨੂੰ ਕੋਈ 2-4 ਪੈਸੇ, ਅਸੀਂ ਉਹ ਰੁਪਏ ਨੂੰ ₹1.25 ਬਣਾ ਕੇ ਵਰਤੀਏ, ਔਰ ਸਾਰਾ ਹੀ ਬੱਚਿਆਂ ਨੂੰ ਜਿਹੜਾ ਸਿੱਧਾ ਫਾਇਦਾ ਹੋਵੇ ਅਸੀਂ ਉਸ ਤਰੀਕੇ ਨਾਲ ਉਸ ਨੂੰ ਯੂਜ਼ ਕਰੀਏ। ਅਸੀਂ ਜਿੰਨਾ ਵੀ ਕੰਮ ਕੀਤਾ ਇਨਡੋਰ ਕੀਤਾ, ਬੱਚਿਆਂ ਨੂੰ ਡਾਇਰੈਕਟਲੀ ਉਸ ਚੀਜ਼ ਦਾ ਬੈਨੀਫਿਟ ਮਿਲਦਾ। ਔਰ ਜਿਵੇਂ ਕਿ ਮੈਨੂੰ ਇੱਕ ਐਗਜ਼ਾਮਪਲ ਹੈ ਵੀ ਮੈਨੂੰ ਲੋੜ ਸੀ ਕਿ ਸਾਡਾ ਕੁਛ ਜਗ੍ਹਾ ਹੈ, ਕੁਛ ਗਰਾਊਂਡ ਪੱਕਾ ਕਰਨਾ, ਜਿੱਥੇ ਬੱਚੇ ਤੁਰਦੇ ਫਿਰਦੇ ਹੈ, ਉਹ ਬੱਚੇ ਲਿਬੜਦੇ ਆ ਉੱਥੇ। ਤਾਂ ਉਹ ਕੀ ਸੀ ਵੀ ਮੈਂ ਉਹਨੂੰ ਚਾਹੇ ਇੱਟ ਨਾਲ ਕਰਦਾ, ਚਾਹੇ ਮੈਂ ਉਹਨੂੰ ਡਲਿਆਂ ਨਾਲ ਕਰਦਾ, ਚਾਹੇ ਮੈਂ ਉਹਨੂੰ ਇੰਟਰਲੋਕ ਨਾਲ ਕਰਦਾ, ਉਹ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਦੇ ਉੱਪਰ ਡਿਪੈਂਡ ਕਰਦਾ ਸੀ। ਬਟ ਉਸ ਟਾਈਮ ਮੇਰੇ ਕੋਲ ਪੈਸੇ ਨਹੀਂ ਸੀ, ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਸਾਊਂਡ ਨਹੀਂ ਸੀ। ਮੈਂ ਕੀ ਕੀਤਾ,
ਅਸੀਂ ਸਾਡੇ ਸਾਰੇ ਸਟਾਫ ਨੇ ਅਸੀਂ ਮਿਲ ਕੇ ਕੀ ਕੀਤਾ ਵੀ ਪਿੰਡ ਦੇ ਵਿੱਚ ਜੋ ਕੋਈ ਜ਼ਿਮੀਂਦਾਰ ਘਰ ਢਾਉਂਦਾ ਸੀ, ਨਵੀਂ ਕੋਠੀ ਬਣਾਉਂਦਾ ਸੀ, ਅਸੀਂ ਉਹਦੇ ਕੋਲ ਚਲੇ ਜਾਂਦੇ ਸੀ, ਉਹਨੂੰ ਰਿਕੁਐਸਟ ਕਰਦੇ ਸੀ ਵੀ ਬਈ ਤੁਸੀਂ ਜਿਹੜਾ ਪੁਰਾਣਾ ਮਕਾਨ ਢਾਇਆ ਹੈ ਉਹਦੀਆਂ ਇੱਟਾਂ ਤੁਸੀਂ ਵਰਤ ਲਓ, ਜੋ ਉਸ ਦੇ ਛੋਟੇ ਟੁਕੜੇ ਆ ਇੱਟਾਂ ਦੇ ਉਹ ਸਾਨੂੰ ਦੇ ਦਿਓ, ਅਸੀਂ ਉਹਨਾਂ ਨੂੰ ਲੈ ਜਾਵਾਂਗੇ। ਤਾਂ ਉਹ ਇਸੇ ਤਰ੍ਹਾਂ ਹੋਇਆ। ਅਸੀਂ ਕੀ ਕਰਦੇ ਸੀ ਵੀ ਸਾਡੇ ਚੇਅਰਮੈਨ ਦੀ ਟਰਾਲੀ ਲੈ ਕੇ ਤੇ ਬੱਠਲ ਲੈ ਕੇ ਚਲੇ ਜਾਂਦੇ ਸੀ, ਤਾਂ ਉਹ ਜਿਹੜੇ ਡਲੇ ਹੁੰਦੇ ਸੀ, ਇੱਟਾਂ ਦੇ ਰੋੜੇ ਹੁੰਦੇ ਸੀ, ਉਹਨਾਂ ਦੀ ਅਸੀਂ ਟਰਾਲੀ ਭਰ ਲਿਆਉਂਦੇ ਸੀ। 5-6 ਮਹੀਨਿਆਂ ਦੇ ਵਿੱਚ ਅਸੀਂ 10-12 ਟਰਾਲੀਆਂ ਇੱਥੇ ਇਕੱਠੀਆਂ ਕਰ ਲਈਆਂ ਡਲਿਆਂ ਦੀਆਂ। ਉਸ ਤੋਂ ਬਾਅਦ ਕੀ ਹੋਇਆ, ਪਿੰਡ ਦੇ ਜਿਹੜੇ ਮੁੰਡੇ ਸੀ ਸਾਡੇ ਨਾਲ ਜੁੜੇ ਹੋਏ ਲੋਕ ਜੁੜੇ ਹੋਏ ਸੀ, ਉਹਨਾਂ ਦੀ ਅਸੀਂ ਇੱਕ ਦਿਨ ਸੇਵਾ ਲਈ, ਉਹਨਾਂ ਨੂੰ ਲਾ ਕੇ ਸਾਰੇ ਗਰਾਊਂਡ ਦੇ ਵਿੱਚ ਇਹ ਡਲੇ ਚਿੰਨ੍ਹਤੇ। ਫਿਰ ਇੱਕ ਦਿਨ ਕੀ ਹੋਇਆ ਕਿ ਅਸੀਂ ਰਿਕੁਐਸਟ ਕੀਤੀ, ਕਿਸੇ ਨੇ ਕੋਈ ਬਰੇਤੀ ਦਾ ਬੱਠਲ ਦੇਤਾ, ਕਿਸੇ ਨੇ ਸੀਮੈਂਟ ਦਾ ਗੱਟਾ ਦੇਤਾ, ਕਿਸੇ ਨੇ ਕਿਵੇਂ ਕਰਤਾ, ਸਾਰਿਆਂ ਨੇ ਰਲ ਕੇ ਇਸ 'ਤੇ ਘੋਲੂਆ ਪਾਤਾ। ਮਤਲਬ ਸਾਡਾ ਪਰਪਸ ਸੀ ਅਸੀਂ ਇਸ ਨੂੰ ਪੱਕਾ ਕਰਨਾ, ਸਾਡੇ ਬੱਚੇ ਗੰਦੇ ਨਾ ਹੋਣ। ਔਰ ਉਹ ਅਸੀਂ ਇਹ ਵੇਟ ਨਹੀਂ ਕੀਤੀ ਵੀ ਸਾਨੂੰ ਅਸੀਂ ਇੰਟਰਲੋਕ ਨਾਲ ਹੀ ਕਰਨਾ, ਸਾਨੂੰ ਜੋ ਵੀ ਸਾਧਨ ਮਿਲੇ ਘੱਟ ਤੋਂ ਘੱਟ ਪੈਸੇ ਦੇ ਵਿੱਚ ਜਾਂ ਉਹਨਾਂ ਨੂੰ ਅਸੀਂ ਮੈਨੇਜ ਕੀਤਾ। ਜਿਵੇਂ ਸਿਆਣੇ ਕਹਿੰਦੇ ਨੇ ਕਿ ਇੱਕ ਮਾਹੌਲ ਜਿਹੜਾ ਆ, ਇਕਾਗਰਤਾ ਜਿਹੜੀ ਹੋਣੀ ਆ ਪੜ੍ਹਾਈ ਦੇ ਵਿੱਚ ਉਹ ਲਾਜ਼ਮੀ ਆ, ਤਾਂ ਉਹ ਮਾਹੌਲ ਜਦੋਂ ਤੁਸੀਂ ਕਮਰਿਆਂ 'ਚ ਪੈਦਾ ਕੀਤਾ, ਜਦੋਂ ਤੁਸੀਂ ਸਮਾਰਟ ਸਕੂਲ ਬਣਾਇਆ, ਉਹਦੇ ਲਈ ਫਿਰ ਜਿਹੜਾ ਸਟਰਕਚਰ ਸੀ ਉਹ ਕਿਵੇਂ ਖੜਾ ਕੀਤਾ? ਸਰ ਇਸ ਤਰ੍ਹਾਂ ਹੈ, ਐਜੂਕੇਸ਼ਨ ਦਾ ਇੱਕੋ ਹੀ ਇੱਕ ਜੋ ਸਟਾਰਟਿੰਗ ਜਿੱਥੋਂ ਹੁੰਦੀ ਹੈ ਐਜੂਕੇਸ਼ਨ, ਉਹ ਹੈ ਕੰਸਨਟ੍ਰੇਸ਼ਨ, ਇਕਾਗਰਤਾ। ਜੇ ਬੱਚੇ ਦੀ ਇਕਾਗਰਤਾ ਹੈ, ਉਸ ਨੂੰ ਕੁਛ ਵੀ ਔਖਾ ਨਾ ਲੱਗੂ, ਉਸ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਬਣੂ। ਜਿਹੜੀ ਚੀਜ਼ ਉਹਨੇ 2 ਘੰਟਿਆਂ 'ਚ ਸਿੱਖਣੀ ਆ ਉਹ ਅੱਧੇ ਟਾਈਮ ਦੇ ਵਿੱਚ ਸਿੱਖੂ। ਔਰ ਜੇ ਇਕਾਗਰਤਾ ਨਹੀਂ ਤਾਂ ਉਹਦੇ ਨਾਲ ਸਾਰਾ ਦਿਨ ਮੱਥਾ ਮਾਰੀ ਜਾਓ, ਉਹਨੇ ਨਹੀਂ ਸਿੱਖਣਾ। ਇਕਾਗਰਤਾ ਨੂੰ ਬਣਾਉਣ ਵਾਸਤੇ ਕੁਛ ਸਾਈਕੋਲੋਜੀਕਲੀ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਜਿਹਦੇ ਨਾਲ ਬੱਚੇ ਦਾ ਮਾਈਂਡ ਫਰੈਸ਼ ਰਹੇ, ਉਸ ਦੀ ਇਕਾਗਰਤਾ ਬਣੇ। ਤਾਂ ਜਿਵੇਂ ਕਿ ਸਾਡੇ ਕੋਲ ਕਮਰੇ ਸੀ, ਪੁਰਾਣੇ ਕਮਰੇ ਸੀ, ਉਹਨਾਂ 'ਚ ਕੋਈ ਰੰਗ ਰੋਗਨ ਕੁਛ ਨਹੀਂ ਸੀ। ਸਾਨੂੰ ਉਸ ਟਾਈਮ ਲੱਗਦਾ ਸੀ ਵੀ ਸਾਰਾ ਦਿਨ ਬੱਚੇ ਨੇ ਬਲੈਕ ਬੋਰਡ ਵਾਲੀ ਸਾਈਡ ਦੇਖਣਾ। ਪਹਿਲੀ ਗੱਲ ਤਾਂ ਸਾਡਾ ਬਲੈਕ ਬੋਰਡ, ਸਾਨੂੰ ਕੰਧ 'ਤੇ ਜਿੰਨੀ ਮੈਕਸਿਮਮ ਜਗ੍ਹਾ ਮਿਲਦੀ ਹੈ ਉਸ ਦੇ ਵਿੱਚ ਸਾਨੂੰ ਸਭ ਤੋਂ ਵੱਡਾ ਬਲੈਕ ਬੋਰਡ ਚਾਹੀਦਾ, ਕਿਉਂਕਿ ਜੋ ਸਭ ਤੋਂ ਪ੍ਰਾਇਮਰੀ ਜੋ ਟੂਲਸ ਹੈ ਇੱਕ ਟੀਚਰ ਦੇ ਵਾਸਤੇ ਪੜ੍ਹਾਉਣ ਦੇ ਲਈ, ਟੀਚਿੰਗ ਏਡਸ ਹੈ, ਉਹ ਚਾਕ ਤੇ ਬਲੈਕ ਬੋਰਡ ਹੈ। ਅਗਰ ਉਹਦੇ ਕੋਲ ਹੋਰ ਕੁਛ ਨਹੀਂ, ਚਾਕ ਤੇ ਬਲੈਕ ਬੋਰਡ ਆ, ਉਹ ਫਿਰ ਵੀ ਬਹੁਤ ਕੁਝ ਕਰਵਾ ਸਕਦਾ ਹੈ। ਅਸੀਂ ਉਹ ਚੀਜ਼ ਨੂੰ ਵੱਡਾ ਕੀਤਾ, ਜਿਹੜੀ ਕੰਧ ਵੱਲ ਉਹਨਾਂ ਨੇ ਸਾਰਾ ਦਿਨ ਦੇਖਣਾ ਹੈ, ਜਿਸ ਚੀਜ਼ ਨੂੰ ਦੇਖ ਕੇ ਉਹਨਾਂ ਦੀ ਸਾਈਕੋਲੋਜੀ ਦੇ ਉੱਪਰ ਅਸਰ ਪੈਣਾ ਹੈ। ਅਸੀਂ ਸਾਡੇ ਕੋਲ ਜਿੰਨੇ ਕੁ ਪੈਸੇ ਸੀ ਉਹ ਫਰੰਟ ਵਾਲ ਨੂੰ ਅਸੀਂ ਵਾਈਟ ਪੇਂਟ ਕਰਤਾ, ਇਹਨਾਂ ਨੂੰ ਸਾਫ਼ ਸੁਥਰੀ ਦਿਸੇ ਉਹ ਚੀਜ਼ ਜਿਨ੍ਹਾਂ ਨੇ ਜਿਹੜਾ ਸਾਰਾ ਦਿਨ ਉਧਰ ਨੂੰ ਦੇਖਣਾ ਹੈ, ਕਿਉਂਕਿ ਸਾਫ਼ ਸਫਾਈ ਦਾ ਬੱਚੇ ਦੇ ਸਾਈਕੋਲੋਜੀ ਦੇ ਉੱਪਰ ਬੜਾ ਵਧੀਆ ਅਸਰ ਪੈਂਦਾ ਹੈ। ਔਰ ਉਸ ਤਰ੍ਹਾਂ ਅਸੀਂ ਕਰਦੇ ਕਰਦੇ ਜਿਵੇਂ ਜਿਵੇਂ ਸਾਡੀ ਰਿਕੁਆਇਰਮੈਂਟ ਸੀ, ਅਸੀਂ ਇਹਨਾਂ ਦੇ ਬੈਠਣ ਦੇ ਲਈ ਬੈਂਚ ਬਣਾਏ, ਇਹਨਾਂ ਦੀ ਯੂਨੀਫਾਰਮ ਨੂੰ ਇੰਪਰੂਵ ਕੀਤਾ, ਪੱਖਿਆਂ ਦਾ ਪੂਰਾ ਪ੍ਰਬੰਧ ਕੀਤਾ, ਲਾਈਟ ਦਾ ਪੂਰਾ ਪ੍ਰਬੰਧ ਕੀਤਾ ਕਲਾਸਿਸ ਦੇ ਵਿੱਚ। ਉਸ ਤੋਂ ਬਾਅਦ ਕੀ ਹੋਇਆ ਵੀ ਸਾਨੂੰ ਜ਼ਰੂਰਤ ਸੀ ਕਿ ਅਸੀਂ ਇਹਨਾਂ ਦੀਆਂ ਕਲਾਸਿਸ ਨੂੰ ਸਮਾਰਟ ਕਲਾਸਿਸ ਬਣਾਉਣਾ ਹੈ, ਇਹਨਾਂ ਦੀ ਚਿਰ ਸਥਾਈ ਲਰਨਿੰਗ ਦੇ ਵਾਸਤੇ। ਇਹਨਾਂ ਨੂੰ ਜੋ ਇਨਫੋਰਮੇਸ਼ਨ ਹੈ ਅਸੀਂ ਪ੍ਰੈਕਟੀਕਲ ਇਨਫੋਰਮੇਸ਼ਨ ਦੇ ਸਕੀਏ, ਇਹਨਾਂ ਦੀ ਐਜੂਕੇਸ਼ਨ ਨੂੰ ਪ੍ਰੈਕਟੀਕਲ ਬਣਾਉਣ ਵਾਸਤੇ ਸਾਨੂੰ ਸਮਾਰਟ ਕਲਾਸਰੂਮ ਦੀ ਲੋੜ ਸੀ। ਮੈਂ ਉਹਦੇ ਸਮਾਰਟ ਕਲਾਸਰੂਮ ਦੇ ਵਿੱਚ ਕੀ ਕਰਨਾ ਸੀ, ਜੋ ਇਹਨਾਂ ਦੇ ਬੱਚਿਆਂ ਦਾ ਜੋ ਕੰਟੈਂਟ ਹੈ, ਐਜੂਕੇਸ਼ਨ ਦਾ ਸਿਲੇਬਸ ਦਾ ਕੰਟੈਂਟ ਹੈ, ਉਹ ਮੈਂ ਬੱਚਿਆਂ ਨੂੰ ਡਿਲੀਵਰ ਕਰਨਾ ਸੀ। ਉਹ ਮੈਂ 5000 'ਚ ਕਰਦਾ, ਮੈਂ ਉਸ ਨੂੰ ਲੱਖ ਰੁਪਏ 'ਚ ਕਰਦਾ, ਉਹ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ 'ਤੇ ਡਿਪੈਂਡ ਕਰਦਾ ਹੈ। ਮੇਰੇ ਕੋਲ ਪੈਸੇ ਨਹੀਂ ਸੀ, ਘੱਟ ਪੈਸੇ ਸੀ, ਮੈਂ ਸ਼ਹਿਰਾਂ ਦੇ ਵਿੱਚ ਦੁਕਾਨਾਂ 'ਤੇ ਜਾਂਦਾ, ਰਿਪੇਅਰ ਵਾਲੀਆਂ ਦੁਕਾਨਾਂ 'ਤੇ ਜਾਂਦਾ, ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਵੀ ਜੇ ਤੁਹਾਡੇ ਕੋਲ ਕੋਈ ਸੈਕਿੰਡ ਹੈਂਡ LED ਆਉਂਦੀ ਹੈ, ਕੋਈ ਸਮਾਰਟ LED ਆਉਂਦੀ ਹੈ ਜਾਂ ਕੋਈ ਰਿਪੇਅਰ ਵਾਸਤੇ ਆਉਂਦੀ ਹੈ, ਵਰਤੋਂਯੋਗ ਹੈ, ਤਾਂ ਉਹ ਮੈਨੂੰ ਪਲੀਜ਼ ਦੱਸਣਾ। ਤਾਂ ਇਸੇ ਤਰ੍ਹਾਂ ਕਰਕੇ ਮੈਂ ਵੀ ਸਾਡੇ ਜਿਹੜੇ ਜਿੰਨੇ ਵੀ ਕਲਾਸਰੂਮ ਸੀ, ਕੋਈ 4500 'ਚ, ਕੋਈ 5000 'ਚ, ਕੋਈ 7000 ਦੇ ਵਿੱਚ ਉਹ LEDs ਲਿਆ ਕੇ ਉਹਨਾਂ ਨੂੰ ਸਮਾਰਟ ਕਰਕੇ ਔਰ ਉਹਨਾਂ LEDs ਨੂੰ ਸਾਡੇ ਟੀਚਰ ਦੇ ਫੋਨ ਨਾਲ ਅਟੈਚ ਕਰਕੇ ਸਾਰੀਆਂ ਕਲਾਸਾਂ ਦੇ ਵਿੱਚ ਐਡ ਕੀਤੀਆਂ। ਔਰ ਉਸ ਸਮੇਂ ਦੇਖੋ ਅੱਜ ਦੇ ਟਾਈਮ ਦੇ ਸਰਕਾਰ ਦੀ ਸਕੀਮਾਂ 'ਚ ਉਹ ਬਾਅਦ 'ਚ ਆਉਂਦੀਆਂ ਹੈ, ਤੁਸੀਂ ਉਸ ਤੋਂ ਪਹਿਲਾਂ ਲਾਤੀਆਂ? ਸਰ ਇਹ ਅਸੀਂ 11-12 ਸਾਲ ਪਹਿਲਾਂ ਕਰ ਲਿਆ ਸੀ ਇਹ ਕੰਮ। ਹਾਂਜੀ, ਔਰ ਸਰਕਾਰ ਵੱਲੋਂ ਜੋ ਸਮਾਰਟ ਕਲਾਸਿਸ ਬਣਾਈਆਂ ਗਈਆਂ, ਇਹ ਕੋਈ ਪਿਛਲੇ 3-4 ਸਾਲਾਂ ਦੇ ਵਿੱਚੋਂ ਕਾਫੀ ਜ਼ਿਆਦਾ ਉਹਨਾਂ ਨੇ ਵੱਡੇ ਲੈਵਲ 'ਤੇ ਇਸ ਨੂੰ ਇੰਪਰੂਵ ਕੀਤਾ ਹੈ। ਤਾਂ ਸਾਨੂੰ ਉਦੋਂ ਜ਼ਰੂਰਤ ਮਹਿਸੂਸ ਹੁੰਦੀ ਸੀ, ਤਾਂ ਅਸੀਂ ਉਦੋਂ ਇਹ ਕੰਮ ਕਰ ਲਿਆ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦੇ ਲਈ, ਅਤੇ ਉਸ ਚੀਜ਼ ਦੀ ਆਊਟਪੁੱਟ ਵੀ ਸਾਹਮਣੇ ਆਈ ਔਰ ਸਾਡਾ ਉਹਨਾਂ ਨੇ ਬਹੁਤ ਵਧੀਆ ਪਰਪਸ ਸੋਲਵ ਕੀਤਾ। ਜੀ ਰਜਿੰਦਰ ਜੀ, ਆਪਾਂ ਗੱਲ ਕਰਦੇ ਪਿੰਡ ਵਾਲਿਆਂ ਨੇ ਤੁਹਾਡਾ ਸਾਥ ਦੇ ਦਿੱਤਾ, ਤੁਹਾਡਾ ਕੰਮ ਵੀ ਲੋਕਾਂ ਦੀ ਨਿਗਾਹ ਜਾਣ ਲੱਗ ਗਿਆ। ਅਕਸਰ ਕੀ ਹੁੰਦਾ ਵੀ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਕਹਿੰਦੇ ਹੁੰਦੇ ਵੀ ਕਿਤੇ ਨਾ ਕਿਤੇ ਜਿਹੜਾ ਟੀਚਰ ਤੁਹਾਡਾ
ਸਾਥੀ ਟੀਚਰ ਆ, ਕਦੀ ਉਹਨਾਂ ਦੇ ਵਿੱਚ ਵੀ ਕਦੀ ਇਦਾਂ ਦੀ ਹੋਈ ਵੀ ਯਾਰ ਤੂੰ ਦਿਨ ਰਾਤ ਨਾ ਆਪ ਹਟਦਾ ਨਾ ਸਾਨੂੰ ਕਿਤੇ ਟਿਕਣ ਦਿੰਦਾ, ਆਰਾਮ ਨਾਲ ਤਨਖਾਹ ਆਉਂਦੀ ਆ, ਚੁੱਪ ਕਰਕੇ ਘੰਟੀ ਵੱਜੀ ਤੇ ਆਈਏ ਤੇ ਘੰਟੀ ਵੱਜੀ ਤੇ ਚਲ ਜਾਈਏ, ਇਦਾਂ ਦੀ ਕਦੀ ਕੋਈ ਹੋਈ ਗੱਲ? ਸਰ ਇਸ ਤਰ੍ਹਾਂ ਹੈ ਵੀ ਜਦੋਂ ਕੁਛ ਨਵਾਂ ਹੁੰਦਾ ਹੈ, ਕੋਈ ਨਵਾਂ ਪਰਸਨ ਆਉਂਦਾ ਆਪਣੇ ਘਰੇ ਆਉਂਦਾ ਹੈ ਜਾਂ ਕਿਸੇ ਇੰਸਟੀਚਿਊਟ ਦੇ ਵਿੱਚ ਆਉਂਦਾ ਹੈ, ਉਹ ਥੋੜ੍ਹਾ ਜਿਹਾ ਨਾ ਕਿਤੇ ਮਤਲਬ ਅੰਡਰਸਟੈਂਡਿੰਗ ਹੋਣ ਦੇ ਵਿੱਚ ਟਾਈਮ ਲੱਗਦਾ ਹੁੰਦਾ ਹੈ। ਜਦੋਂ ਬੰਦਾ ਇੱਕ ਦੂਸਰੇ ਨੂੰ ਸਮਝ ਲੈਂਦਾ ਹੈ ਫਿਰ ਉਹ ਸਮੱਸਿਆਵਾਂ ਖਤਮ ਹੋ ਜਾਂਦੀਆਂ। ਦੇਖੋ ਮੈਂ ਜਦੋਂ ਆ ਗਿਆ, ਮੈਂ ਕਿਸੇ ਵੀ ਸਕੂਲ 'ਚ ਕੋਈ ਵੀ ਬੰਦਾ ਕੰਮ ਕਰਨ ਲੱਗ ਗਿਆ, ਕਿਸੇ ਵੀ ਇੰਸਟੀਚਿਊਟ ਦੇ ਵਿੱਚ ਕੋਈ 10 ਜਣੇ ਆ ਉਹਦੇ ਵਿੱਚੋਂ ਇੱਕ ਬੰਦਾ ਕੰਮ ਕਰਨ ਲੱਗ ਗਿਆ, ਜੇ ਤਾਂ ਉਹਨੂੰ ਐਂ ਲੱਗਦਾ ਵੀ ਯਾਰ ਮੈਂ ਕਰਦਾ ਤਾਂ ਦੂਜੇ ਵੀ ਕਰਨ, ਫਿਰ ਤਾਂ ਉੱਥੇ ਕਲੇਸ਼ ਪਊਗਾ। ਅਗਰ ਉਹਨੂੰ ਐਂ ਹੈ ਕਿ ਮੈਂ ਕੰਮ ਕਰਨਾ ਹੈ, ਮੈਂ ਆਪਣੀ ਮਨ ਦੀ ਮਰਜ਼ੀ ਨਾਲ ਕਰਨਾ ਹੈ, ਮੈਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਕਰਨਾ ਹੈ, ਮੈਂ ਦੂਸਰੇ ਨੂੰ ਕੰਪੈਲ ਨਹੀਂ ਕਰਨਾ, ਉਹ ਉਹਦੀ ਮਰਜ਼ੀ ਹੈ, ਕੰਮ ਕਰਨਾ ਮੇਰੀ ਮਰਜ਼ੀ ਹੈ, ਤਾਂ ਮੈਂ ਆਪਣੀ ਚਾਲ ਨਾਲ ਕੰਮ ਕਰਦੇ ਜਾਣਾ। ਬਟ ਸਮਾਂ ਪਾ ਕੇ ਹੌਲੀ ਹੌਲੀ ਜਿਹੜੇ ਦੂਸਰੇ ਨਾਲ ਦੇ ਬੈਠੇ ਹੁੰਦੇ ਆ ਨਾ, ਉਹ ਬੰਦੇ ਨੂੰ ਸਮਝ ਲੈਂਦੇ ਆ, ਹੌਲੀ ਹੌਲੀ ਕਿਤੇ ਨਾ ਕਿਤੇ ਉਹ ਵੀ ਨਾਲ ਜੁੜ ਜਾਂਦੇ ਆ ਤੇ ਨਾਲ ਕੰਮ ਕਰਨ ਲੱਗ ਜਾਂਦੇ ਆ। ਜੇ ਮੈਂ ਪਹਿਲੇ ਦਿਨੋਂ ਹੀ ਕਲੇਸ਼ ਕਰਨ ਲੱਗ ਜਾਂ ਯਾਰ ਵੀ ਮੈਂ ਤਾਂ ਕੰਮ ਕਰੀ ਜਾਂਦਾ, ਮੈਂ ਝਾੜੂ ਲਾਈ ਜਾਂਦਾ, ਉਹ ਦੂਜਾ ਬੈਠਾ ਉਹ ਕਿਉਂ ਨਹੀਂ ਕਰਦਾ, ਮੈਂ ਇੱਥੇ 100 ਰੁਪਇਆ ਲਾਤਾ ਦੂਜਾ ਕਿਉਂ ਨਹੀਂ ਲਾਉਂਦਾ, ਉਹਦੀ ਆਪਣੀ ਕੰਡੀਸ਼ਨ ਹੈ, ਉਹਦਾ ਆਪਣਾ ਮਾਈਂਡ ਸੈੱਟ ਹੈ, ਹੌਲੀ ਹੌਲੀ ਤੁਹਾਡੇ ਨਾਲ ਉਹ ਨਾਲ ਰਲ ਜੂਗਾ। ਵੀ ਸ਼ੁਰੂ ਤੋਂ ਹੀ ਆਪਾਂ ਉਸ ਗੱਲ ਦਾ ਕਲੇਸ਼ ਨਹੀਂ ਕਰ ਸਕਦੇ, ਆਪਾਂ ਮਾਹੌਲ ਨੂੰ ਖਰਾਬ ਨਹੀਂ ਕਰ ਸਕਦੇ। ਔਰ ਇਹੀ ਇਹਦਾ ਤਰੀਕਾ ਹੈ, ਹੌਲੀ ਹੌਲੀ ਸਾਰੇ ਜਣੇ ਨਾਲ ਰਲ ਜਾਂਦੇ ਆ। ਕੋਈ ਵੀ ਇੰਨਾ ਜ਼ਿਆਦਾ ਇਸ ਤਰ੍ਹਾਂ ਨਹੀਂ ਹੁੰਦਾ ਵੀ ਜਿਹੜਾ ਭਾਵਨਾ ਨੂੰ ਸਮਝੇ ਨਾ। ਇੱਕ ਵਾਰ ਟੀਚਰ ਵਰਗ ਨੇ ਵੀ ਪੂਰਾ ਸਾਥ ਦਿੱਤਾ। ਤੇ ਜੇ ਹੁਣ ਆਪਾਂ ਦੇਖੀਏ ਤਾਂ ਹੁਣ ਕਿੰਨੇ ਤੁਹਾਡੇ ਕੋਲ ਬੱਚੇ ਨੇ ਤੇ ਕਿੰਨੇ ਤੁਹਾਡੇ ਸਟਾਫ ਟੀਚਰ ਹੈ? ਸਰ ਸਾਡੇ ਕੋਲੇ 300 ਬੱਚੇ ਹੈ ਔਰ ਸਾਡੇ ਕੋਲੇ 6 ਟੀਚਰ ਹੈ ਅਸੀਂ, ਇੱਕ ਸਾਡੇ ਸੈਂਟਰ ਹੈਡ ਟੀਚਰ ਹੈ ਔਰ 2 ਸਾਡੇ ਕੋਲ ਵਲੰਟੀਅਰ ਹੈ। ਪਰਮਾਤਮਾ ਦੀ ਕਿਰਪਾ ਨਾਲ ਅੱਜ ਸਾਡਾ ਜੋ ਸਟਾਫ ਹੈ ਸਾਰਾ ਹੀ ਬੜਾ ਕੋਆਪਰੇਟਿਵ ਹੈ। ਹਰ ਕੋਈ ਬੰਦਾ ਆਪਣੇ ਆਪਣੇ ਕੰਮ ਦੇ ਵਿੱਚ ਐਫੀਸ਼ੀਐਂਟ ਹੈ, ਜਿੱਥੇ ਵੀ ਉਹਨਾਂ ਨੂੰ ਕੰਮ ਲੱਗਦਾ ਉਹ ਸਾਰੇ ਜਣੇ ਮਿਲ ਕੇ ਕਰਦੇ ਹੈ। ਕਦੇ ਵੀ ਸਾਨੂੰ ਇਸ ਚੀਜ਼ ਦੀ ਦਿੱਕਤ ਨਹੀਂ ਆਈ। ਬਾੜਾ ਭਾਈਕੇ ਦੇ ਬੱਚੇ ਪਿੰਡ ਦੇ ਕਿੰਨੇ ਕੁ ਜਾਂ ਹੋਰ ਇਲਾਕੇ 'ਚ ਹੋਰ ਪਿੰਡਾਂ 'ਚੋਂ ਵੀ ਆਉਂਦੇ ਬੱਚੇ? ਸਰ ਸਾਡੇ ਕੋਲੇ ਨਾਲ ਲੱਗਦੇ 6-7 ਪਿੰਡਾਂ ਦੇ ਵਿੱਚੋਂ ਬੱਚੇ ਸਾਡੇ ਕੋਲ ਇੱਥੇ ਆਉਂਦੇ ਹੈ। ਉਹਨਾਂ ਵਾਸਤੇ ਸਾਡੇ ਕੋਲੇ ਵੈਨਾਂ ਲੱਗੀਆਂ ਹੋਈਆਂ ਜੀ। ਅੱਛਾ, ਪ੍ਰਾਈਵੇਟ ਸਕੂਲਾਂ ਵਾਂਗੂ ਬੱਸਾਂ ਲੱਗੀਆਂ ਹੋਈਆਂ? ਹਾਂਜੀ ਹਾਂਜੀ ਬਿਲਕੁਲ ਜੀ, ਟਰਾਂਸਪੋਰਟੇਸ਼ਨ ਹੈ। ਹਾਂਜੀ। ਤੇ ਜਿਵੇਂ ਜਿਹੜੇ ਆਫੀਸਰ ਸਾਹਿਬਾਨ ਆ, ਜਿਵੇਂ ਤੁਹਾਡੇ BPO ਹੁੰਦਾ ਆ, DO ਜ਼ਿਲ੍ਹਾ ਲੈਵਲ 'ਤੇ ਹੁੰਦੇ ਨੇ, ਉਸ ਤੋਂ ਬਾਅਦ ਸਿੱਖਿਆ ਸਕੱਤਰ ਹੁੰਦੇ ਨੇ, ਕ੍ਰਿਸ਼ਨ ਕੁਮਾਰ ਦੀ ਵੀ ਕਾਫੀ ਇੱਥੇ ਪਿਛਲੇ 3-4 ਸਾਲ ਦੇ ਵਿੱਚ ਭੂਮਿਕਾ ਰਹੀ ਸਮਾਰਟ ਕਲਾਸਾਂ ਬਣਾਉਣ ਦੇ ਵਿੱਚ। ਕਦੀ ਕੋਈ ਸਰਕਾਰੀ ਪੱਧਰ 'ਤੇ ਕੋਈ ਅਫਸਰਾਂ ਨੇ ਇੱਥੇ ਵਿਜ਼ਿਟ ਕੀਤੀ, ਕੋਈ ਆਇਆ ਕਦੀ? ਸਰ ਸਾਰੇ ਹੀ ਅਫਸਰ ਲਗਭਗ ਵਾਰੀ ਨਾਲ ਇੱਥੇ ਆਏ ਆ ਸਾਡੇ ਕੋਲ। ਮਾਨਯੋਗ ਕ੍ਰਿਸ਼ਨ ਕੁਮਾਰ ਜੀ ਸਿੱਖਿਆ ਸਕੱਤਰ ਵੀ ਸਾਡਾ ਸਕੂਲ ਵਿਜ਼ਿਟ ਕੀਤੇ ਔਰ ਕਾਫੀ ਸਮਾਂ ਇੱਥੇ ਲਾ ਕੇ ਗਏ। ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਦੇਖਿਆ। ਮਤਲਬ ਇਸ ਤਰ੍ਹਾਂ ਲੱਗਿਆ ਵੀ ਇੱਕ ਸੁਪਨਾ ਹੁੰਦਾ ਸੀ ਵੀ ਕਦੇ ਕ੍ਰਿਸ਼ਨ ਕੁਮਾਰ ਵੀ ਸਾਡੇ ਸਕੂਲ 'ਚ ਵਿਜ਼ਿਟ ਕਰਨਗੇ ਜਾਂ ਦੇਖਣਗੇ, ਜਾਂ ਉਹਨਾਂ ਦੇ ਮਤਲਬ ਉਹ ਇਸ ਚੀਜ਼ ਨੂੰ ਸਾਡੇ ਕੋਲ ਐ ਹੁੰਦਾ ਸੀ ਵੀ ਅਸੀਂ ਜੋ ਕੰਮ ਕਰਦੇ ਹਾਂ ਨਾ, ਉਹ ਸਾਡੇ ਕੰਮ ਇਕੱਲੇ ਸਾਡੇ ਤੱਕ ਸੀਮਤ ਨਾ ਰਹਿ ਜਾਣ। ਉਹ ਸਿਰਫ ਇਸ ਲਈ ਨਹੀਂ ਸੀ ਹੁੰਦਾ ਵੀ ਅਸੀਂ ਕੋਈ ਆਪਣੀ ਵਾਹ ਖੱਟਣੀ ਹੈ ਜਾਂ ਅਸੀਂ ਕੋਈ ਆਪਣੀ ਐਪਰੀਸੀਏਸ਼ਨ ਭਾਲਦੇ, ਨਹੀਂ। ਸਾਨੂੰ ਐ ਹੁੰਦਾ ਸੀ ਵੀ ਜੇ ਕੋਈ ਅਸੀਂ ਕੰਮ ਕਰਦੇ ਹਾਂ ਛੋਟਾ ਮੋਟਾ, ਅਸੀਂ ਸਮਾਂ ਲਾ ਕੇ ਕੀਤਾ ਹੈ, ਅਸੀਂ ਕੁਛ ਪੈਸਾ ਲਾ ਕੇ ਕੀਤਾ ਹੈ, ਜਦੋਂ ਕੋਈ ਆਪਾਂ ਤਜਰਬਾ ਕਰਦੇ ਹਾਂ ਉਹਦੇ ਵਿੱਚ ਮਨੀ ਅਤੇ ਟਾਈਮ ਦੀ ਵੇਸਟੇਜ ਹੁੰਦੀ ਹੈ, ਤਾਂ ਉਹ ਜਦੋਂ ਉਹਦੇ ਕੋਈ ਸਾਰਥਕ ਸਿੱਟੇ ਨਿਕਲਦੇ ਹੈ ਤਾਂ ਸਾਨੂੰ ਐ ਹੁੰਦਾ ਸੀ ਵੀ ਅਸੀਂ ਹੋਰਾਂ ਨਾਲ ਵੀ ਸ਼ੇਅਰ ਕਰੀਏ, ਕਿਸੇ ਹੋਰ ਦਾ ਸਮਾਂ ਜਾਂ ਪੈਸਾ ਬਰਬਾਦ ਨਾ ਹੋਵੇ, ਉਹ ਗੱਲਾਂ ਅਸੀਂ ਉਹਨਾਂ ਨਾਲ ਸ਼ੇਅਰ ਕਰੀਏ, ਉਹ ਵੀ ਇੰਪਲੀਮੈਂਟ ਕਰਨ, ਉਹਨਾਂ ਦਾ ਵੀ ਫਾਇਦਾ ਹੋਵੇ, ਬੱਚਿਆਂ ਦਾ ਵੀ ਫਾਇਦਾ ਹੋਵੇ। ਤਾਂ ਸੈਕਟਰੀ ਸਾਹਿਬ ਜਦੋਂ ਸਾਡੇ ਵਿਜ਼ਿਟ ਕੀਤੇ, ਉਹਨਾਂ ਨੇ ਸਾਰਾ ਕੁਝ ਦੇਖਿਆ, ਸਾਰੀਆਂ ਚੀਜ਼ਾਂ ਨੂੰ ਬਹੁਤ ਡੀਪਲੀ ਧਿਆਨ ਨਾਲ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ, ਓਬਜ਼ਰਵ ਕੀਤੀਆਂ ਔਰ ਬਹੁਤ ਜਗ੍ਹਾ 'ਤੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਵੀ ਕੀਤਾ। ਨਮੂਨੇ ਦੇ ਤੌਰ 'ਤੇ ਬਾਕੀ ਹੋਰ ਜਗ੍ਹਾ ਵੀ ਇਸ ਚੀਜ਼ ਨੂੰ ਲਿਆ? ਬਿਲਕੁਲ ਬਿਲਕੁਲ ਲਿਆ ਜੀ, ਬਹੁਤ ਸਕੂਲਾਂ ਦੇ ਵਿੱਚ ਇੰਪਲੀਮੈਂਟ ਕੀਤਾ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ। ਜੇ ਆਪਾਂ ਗੱਲ ਰਾਜਨੀਤਿਕ ਤੌਰ 'ਤੇ ਕਰੀਏ ਕਿ ਜਿਵੇਂ ਹਲਕਾ ਤੁਹਾਡਾ ਜੈਤੋਂ ਪੈਂਦਾ ਇਹਨੂੰ, ਮਤਲਬ ਹਲਕਾ ਵਿਧਾਇਕ ਤੁਹਾਡੇ, ਹਲਕਾ MP, ਕਿਤੇ ਨਾ ਕਿਤੇ ਕੋਈ ਚਰਚਾ ਦਾ ਵਿਸ਼ਾ ਬਣਦਾ ਵੀ ਯਾਰ ਜੇ ਦੇਖਣਾ ਹੋਵੇ ਸਕੂਲ ਤਾਂ ਬਾੜਾ ਭਾਈਕਾ ਦਾ ਸਕੂਲ ਦੇਖੋ ਜਾ ਕੇ। ਸਰ ਹਾਂਜੀ, ਸਾਡੇ ਕੋਲ ਸਾਡੇ MP ਜੋ ਮੁਹੰਮਦ ਸਦੀਕ ਹੈ ਉਹ ਵੀ ਇੱਥੇ ਵਿਜ਼ਿਟ ਕੀਤੇ ਔਰ ਪਹਿਲਾਂ ਜੋ MLA ਸਾਡੇ ਵਿਧਾਇਕ ਹੁੰਦੇ ਸੀ ਬਲਦੇਵ ਸਿੰਘ, ਉਹਨਾਂ ਨੇ ਵੀ ਵਿਜ਼ਿਟ ਕੀਤਾ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ, ਉਹਨਾਂ ਨੇ ਵੀ ਵਿਜ਼ਿਟ ਕੀਤਾ ਸੀ ਜੀ 2013 ਦੇ ਵਿੱਚ। ਹਾਂਜੀ। ਤੇ ਭਾਜੀ ਆਪਾਂ ਗੱਲ ਕਰੀਏ ਵੀ ਜਦੋਂ ਇੰਨਾ ਵੱਡਾ ਸਮਾਂ ਤੁਸੀਂ ਦਿੱਤਾ, ਆਪਣੀ ਜ਼ਿੰਦਗੀ ਦੇ 12-14 ਸਾਲ ਇੱਥੇ ਤੁਸੀਂ ਲਾ ਦਿੱਤੇ, ਜਿੰਨਾ ਚਿਰ ਘਰੋਂ ਸਪੋਰਟ ਨਾ ਹੋਵੇ, ਤੇ ਕਈ ਵਾਰੀ ਕੀ ਹੁੰਦਾ ਵੀ ਪਰਿਵਾਰ ਦੇ ਵਿੱਚ ਪਰਿਵਾਰ ਨੇ ਵੀ ਟਾਈਮ ਮੰਗਣਾ, ਬੱਚਿਆਂ ਨੇ ਵੀ ਟਾਈਮ ਮੰਗਣਾ, ਮਾਪਿਆਂ ਨੇ ਵੀ ਟਾਈਮ ਮੰਗਣਾ ਆ, ਕਦੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਈ ਵੀ ਤੁਸੀਂ ਤਾਂ ਸਾਰਾ ਦਿਨ ਸਕੂਲ ਦੇ ਦੁਆਲੇ ਹੋਏ ਰਹਿੰਦੇ ਆ ਵੀ ਸਾਨੂੰ ਵੀ ਟਾਈਮ ਦਿਓ? ਦੇਖੋ ਸਰ, ਇਹਦੇ 'ਚ ਇੱਕ ਗੱਲ ਹੈ,
ਦੇਖੋ ਮੇਰੇ ਵਾਈਫ ਵੀ ਮੇਰੇ ਨਾਲ ਹੈ, ਇੱਥੇ ਹੀ ਇਸੇ ਸਕੂਲ ਦੇ ਵਿੱਚ ਹੈ। ਅਗਰ ਉਹ ਮੈਨੂੰ ਸਪੋਰਟ ਨਾ ਕਰਦੇ ਹੁੰਦੇ ਤਾਂ ਇੰਨਾ ਕੁਛ ਹੋ ਨਹੀਂ ਸੀ ਪਾਉਣਾ, ਮੈਂ ਇੱਥੇ ਕੰਮ ਕਰ ਨਹੀਂ ਸੀ ਪਾਉਣਾ। ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ, ਘਰ ਦਾ ਸਾਰਾ ਉਹ ਸੰਭਾਲ ਲੈਂਦੇ ਸੀ, ਬਲਕਿ ਇੱਥੇ ਵੀ ਵੱਧ ਤੋਂ ਵੱਧ ਕਰਦੇ ਸੀ। ਮੈਂ ਕੋਈ ਕੰਮ ਕਰਨਾ ਹੁੰਦਾ, ਮੈਂ ਕੋਈ ਵੀ ਕੰਮ ਕਰਨਾ ਹੁੰਦਾ, ਬਾਹਲੇ ਨਹੀਂ ਤਾਂ ਥੋੜ੍ਹੇ ਬਹੁਤੇ ਪੈਸਿਆਂ ਦੀ ਤਾਂ ਲੋੜ ਪੈਂਦੀ ਆ, ਉਹ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਮੈਨੇਜ ਕਰਕੇ ਦੇ ਦਿੰਦੇ ਮੈਨੂੰ ਵੀ, ਯਾਰ ਤੁਸੀਂ ਇਹ ਕੰਮ ਕਰੋ, ਮੈਂ ਇਸ ਨੂੰ ਅਰੇਂਜ ਕਰਤਾ। ਤਾਂ ਹਰ ਜਗ੍ਹਾ ਹੀ ਉਹਨਾਂ ਦਾ ਰੋਲ ਰਿਹਾ ਹੈ। ਅਗਰ ਇਹ ਕੰਮ ਕਰ ਪਾਇਆ ਮੈਂ ਸਾਰੇ, ਤਾਂ ਉਹਨਾਂ ਦੀ ਬਦੌਲਤ ਹੀ ਕਰ ਪਾਇਆ। ਔਰ ਜਦੋਂ ਫੈਮਿਲੀ ਨੂੰ ਵੀ ਆਪਣੇ ਨਾਲ ਲੈ ਕੇ ਚੱਲੀਦਾ, ਉੱਥੇ ਵੀ ਟਾਈਮ ਦੇਈਦਾ, ਇੱਥੇ ਟਾਈਮ ਦੇਈਦਾ ਹੈ। ਤਾਂ ਔਰ ਇੱਥੇ ਮੈਕਸਿਮਮ ਸਾਨੂੰ ਇਹ ਹੁੰਦਾ ਕਿ ਬੱਚੇ ਕੁਛ ਨਾ ਕੁਛ ਗੇਨ ਕਰਨ। ਸਾਨੂੰ ਮਤਲਬ ਜਦੋਂ ਬੱਚਿਆਂ ਦੀ ਕੰਡੀਸ਼ਨ ਜਾਂ ਉਹਨਾਂ ਦੇ ਫੈਮਲੀਜ਼ ਦੇਖੀਦਾ, ਉਹਨਾਂ ਦੇ ਫੈਮਿਲੀ ਬੈਕਗਰਾਊਂਡ ਦੇਖੀਦਾ, ਤਾਂ ਹੋਰ ਜ਼ਿਆਦਾ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਕਿਤੇ ਨਾ ਕਿਤੇ ਆ ਕੇ, ਕਿ ਯਾਰ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਵੀ ਲੱਗੇ ਰਹੀਏ ਇਸ ਕੰਮ ਦੇ ਵਿੱਚ, ਇਹਨੂੰ ਇੰਪਰੂਵ ਕਰਨ ਦੇ ਵਿੱਚ ਲੱਗੇ ਰਹੀਏ। ਔਰ ਅਸੀਂ ਜੋ ਇੰਨੇ ਪਿਛਲੇ 13-14 ਸਾਲਾਂ ਦੇ ਵਿੱਚ ਜੋ ਕੰਮ ਕੀਤਾ ਹੈ, ਅਸੀਂ ਜੋ ਚਾਈਲਡ ਐਜੂਕੇਸ਼ਨ ਹੈ, ਪ੍ਰਾਇਮਰੀ ਐਜੂਕੇਸ਼ਨ ਹੈ, ਉਸ ਨੂੰ ਅਸੀਂ ਬੱਚਿਆਂ ਦੀ ਸਾਈਕੋਲੋਜੀ ਦੇ ਅਕੋਰਡਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬੱਚਿਆਂ ਦੀਆਂ ਭਾਵਨਾਵਾਂ ਦੇ ਮੁਤਾਬਕ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਘੱਟ ਲਾਗਤ ਦੇ ਵਿੱਚ ਜੋ ਮਾਡਰਨ ਇਕਵਿਪਮੈਂਟ ਹੈ, ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਵਰਤੋਂ ਦੇ ਵਿੱਚ ਆਉਂਦਾ ਹੈ, ਉਸ ਨੂੰ ਤਿਆਰ ਕਰਕੇ ਉਸ ਨੂੰ ਮਲਟੀਪਰਪਸ ਲਈ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਜੀ ਰਜਿੰਦਰ ਜੀ, ਅਗਲੇ ਸਵਾਲ ਲਈ ਤੁਹਾਡੇ ਵੱਲ ਆਨੇ ਆ। ਗੱਲ ਚੱਲ ਰਹੀ ਸੀ ਕਿ ਪਰਿਵਾਰਕ ਤੌਰ ਤੇ ਸਾਥ ਮਿਲ ਗਿਆ, ਜੀਵਨ ਸਾਥਣ ਚੰਗੀ ਸੀਗੀ, ਪਰ ਪਤਾ ਹੀ ਲੱਗਾ ਕਿ ਤੁਸੀਂ ਤਾਂ ਤਨਖਾਹ ਦੇ ਵਿੱਚੋਂ ਵੀ ਪੈਸੇ ਖਰਚ ਜਾਂਦੇ ਹੋ। ਕਿਹੜਾ ਉਹ ਦਰਦ ਸੀਗਾ, ਕਿਹੜੀ ਉਹ ਤਕਲੀਫ ਸੀ ਜਿਹੜੀ ਆਣ ਕੇ 2008 ਤੋਂ 2022 ਤੱਕ ਤੁਹਾਨੂੰ ਇੰਨੀ ਲਗਨ ਵੱਲ ਲਿਆਈ? ਕਿ ਪਰਿਵਾਰਕ ਤੌਰ ਤੇ ਤੁਸੀਂ ਵੀ ਤੰਗੀਆਂ ਤੁਰਸ਼ੀਆਂ ਦੇਖੀਆਂ ਸਨ, ਕੀ ਕਾਰਨ ਸਨ? ਸਰ ਬਿਲਕੁਲ ਇਸ ਤਰ੍ਹਾਂ ਵੀ ਕੋਈ ਚਾਹੇ ਗਰੀਬ ਪਰਿਵਾਰ ਦਾ ਬੱਚਾ ਹੈ, ਚਾਹੇ ਅਮੀਰ ਪਰਿਵਾਰ ਦਾ ਬੱਚਾ ਹੈ, ਪੇਰੈਂਟਸ ਦਾ ਭਵਿੱਖ ਹੁੰਦੇ ਆ ਬੱਚਾ। ਕੋਈ ਗਰੀਬ ਦਾ ਬੱਚਾ ਅਗਰ ਕੁਛ ਵਧੀਆ ਬਣ ਜਾਂਦਾ ਹੈ ਤਾਂ ਉਸ ਦਾ ਜੋ ਲਾਈਫ ਸਟਾਈਲ ਆ ਉਸ ਫੈਮਿਲੀ ਦਾ ਚੇਂਜ ਹੋ ਜਾਂਦਾ ਹੈ। ਕੋਈ ਅਮੀਰ ਦਾ ਬੱਚਾ ਵਿਗੜ ਜਾਂਦਾ ਹੈ ਤਾਂ ਉਹਦਾ ਸਾਰਾ ਕੁਛ ਉਹ ਖ਼ਤਮ ਕਰ ਦਿੰਦਾ ਹੈ। ਤਾਂ ਕੋਈ ਵੀ ਅਗਰ ਮੈਂ ਇੱਕ ਨੋਰਮਲ ਫੈਮਿਲੀ ਦੀ ਗੱਲ ਕਰਦਾ ਜਾਂ ਗਰੀਬ ਫੈਮਿਲੀ ਦੀ ਗੱਲ ਕਰਦਾ, ਤਾਂ ਉੱਥੇ ਕੋਈ ਕ੍ਰਿਸ਼ਮਾ ਨਹੀਂ ਹੋਣ ਵਾਲਾ ਹੁੰਦਾ ਵੀ ਕੋਈ ਉੱਥੇ ਲਾਟਰੀ ਨਿਕਲੇ ਹੋਣੀ ਹੈ ਵੀ ਉਹ ਦਿਨਾਂ 'ਚ ਹੀ ਉਹਦਾ ਜਿਹੜਾ ਜ਼ਿੰਦਗੀ ਬਦਲ ਜਾਣੀ ਹੈ। ਉਹਦੇ ਕੋਲ ਇੱਕੋ ਇੱਕ ਉਮੀਦ ਹੁੰਦੀ ਹੈ, ਉਹਦੇ ਬੱਚੇ, ਉਹਦਾ ਭਵਿੱਖ। ਉਹ ਜੇ ਵੱਡੇ ਹੋ ਕੇ ਕੁਛ ਬਣ ਜਾਂਦੇ ਆ ਤਾਂ ਪੇਰੈਂਟਸ ਦੀ ਲਾਈਫ ਸਟਾਈਲ, ਉਹਨਾਂ ਦੇ ਸਾਰੇ ਪਰਿਵਾਰ ਦਾ ਲਿਵਿੰਗ ਸਟਾਈਲ ਚੇਂਜ ਹੋ ਜਾਊਗਾ, ਨਹੀਂ ਤਾਂ ਉਸੇ ਤਰ੍ਹਾਂ ਚੱਲਦਾ ਜਾਊ। ਅਸੀਂ 5 ਭੈਣ ਭਾਈ ਹੈ, 3 ਮੇਰੇ ਸਿਸਟਰ, ਅਸੀਂ 2 ਭਾਈ ਹੈ। ਔਰ ਸਾਡੇ ਮਦਰ ਫਾਦਰ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ, ਮੈਂ ਕਈ ਵਾਰੀ ਹੁਣ ਸੋਚ ਕੇ ਹੈਰਾਨ ਹੋ ਜਾਂਦਾ ਵੀ ਇਹਨਾਂ ਨੇ ਸਾਨੂੰ 5 ਨੂੰ ਪੜ੍ਹਾ ਲਿਆ, ਸਾਨੂੰ 5 ਨੂੰ ਨੌਕਰੀ 'ਤੇ ਲਾਤਾ, ਕਦੇ ਸਾਨੂੰ ਕੋਈ ਸਮੱਸਿਆ ਨਹੀਂ ਇਹਨਾਂ ਨੇ ਆਉਣ ਦਿੱਤੀ। 3 ਭੈਣਾਂ ਤੇ 2 ਭਾਈ ਹੋ, ਤੇ 5 ਇਸ ਵੇਲੇ ਜੌਬ ਤੇ ਹੋ। ਇਹ ਕਿ ਸਿੱਖਿਆ ਵਿਭਾਗ 'ਚ? ਹਾਂਜੀ, ਸਾਰੇ ਸਿੱਖਿਆ ਵਿਭਾਗ ਦੇ ਵਿੱਚ ਹੈ। ਮੇਰੇ ਫਾਦਰ, ਇੱਕ ਸਾਡੀ ਬਾਜੇਖਾਨੇ ਛੋਟੀ ਜਿਹੀ ਦੁਕਾਨ ਹੁੰਦੀ ਸੀ। ਮੇਰੇ ਫਾਦਰ ਸੁਬਾਹ ਸ਼ਾਮ ਲੋਕਾਂ ਦੇ ਘਰਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਘਰਾਂ 'ਚ ਪਾ ਕੇ ਆਉਂਦੇ ਸੀ। ਔਰ ਮੇਰੇ ਮਦਰ ਜੋ ਕੱਪੜੇ ਸਿਉਂਦੇ ਸੀ। ਔਰ ਉਹਨਾਂ ਚੀਜ਼ਾਂ ਨਾਲ ਹੀ ਸਾਨੂੰ ਉਹਨਾਂ ਨੇ ਪਾਲਿਆ, ਦਿਨ ਰਾਤ ਮਿਹਨਤ ਕੀਤੀ ਹੈ। ਔਰ ਸਾਨੂੰ 5 ਭੈਣ ਭਰਾਵਾਂ ਨੂੰ ਸਾਰੇ ਅਸੀਂ ਪੋਸਟ ਗ੍ਰੈਜੂਏਟ ਹੈ, ਸਾਰੇ ਅਸੀਂ ਟੀਚਰ ਹਾਂ, 5 ਦੀ 5। ਸਾਨੂੰ ਉਹਨਾਂ ਨੇ ਰੋਜ਼ੀ ਰੋਟੀ ਦੇ ਕਾਬਿਲ ਬਣਾਇਆ ਹੈ। ਤਾਂ ਮੈਂ ਸਮਝਦਾ ਵੀ ਬੜੀ ਉਹਨਾਂ ਦੀ ਹਿੰਮਤ ਸੀ ਜੋ ਉਹਨਾਂ ਦੀ ਇਸ ਤਰ੍ਹਾਂ ਉਹ ਕਰਦੇ ਰਹੇ। ਔਰ ਅੱਜ ਦੇ ਸਮੇਂ 'ਚ ਜੇ ਦੇਖੀਏ ਤਾਂ ਇੱਕ ਬੱਚਾ ਪਾਲਣਾ ਵੀ ਮੁਸ਼ਕਿਲ ਹੋ ਜਾਂਦਾ। ਉਹਨਾਂ ਨੇ 5 ਬੱਚਿਆਂ ਨੂੰ, ਕੋਈ ਵੱਡਾ ਸੋਰਸ ਕਮਾਈ ਦਾ ਨਾ ਹੋਣ ਕਰਕੇ ਵੀ ਉਹਨਾਂ ਨੇ ਇੰਨਾ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਲਈ। ਤਾਂ ਜਦੋਂ ਉਹਨਾਂ ਚੀਜ਼ਾਂ ਨੂੰ ਸੋਚੀਦਾ ਤਾਂ ਇਹ ਲੋਕਾਂ ਦੇ ਦੇਖੀਦਾ ਘਰਾਂ 'ਚ ਜਾ ਕੇ। ਮੈਂ ਇੱਕ ਚੀਜ਼ ਇੱਥੇ ਗੱਲ ਜ਼ਰੂਰ ਮੈਂਸ਼ਨ ਕਰਾਂਗਾ ਕਿ ਕੋਈ ਵੀ ਟੀਚਰ ਹੈ ਉਸ ਨੂੰ ਚਾਹੀਦਾ ਵੀ ਜਿਹੜੇ ਉਹਦੇ ਕਲਾਸ ਦੇ ਬੱਚੇ ਹੈ ਨਾ, ਉਹਨਾਂ ਦੇ ਘਰਾਂ 'ਚ ਉਹ ਜ਼ਰੂਰ ਇੱਕ ਵਾਰ ਵਿਜ਼ਿਟ ਕਰਕੇ ਆਵੇ, ਉਹਨਾਂ ਦੀ ਕੰਡੀਸ਼ਨਸ ਦੇਖ ਕੇ ਆਵੇ। ਔਰ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਔਰ ਉਹ ਫੈਮਿਲੀ ਦਾ ਜੋ ਬੈਕਗਰਾਊਂਡ ਆ ਉਹ ਜ਼ਰੂਰ ਦੇਖਣਾ ਜ਼ਰੂਰੀ ਹੈ। ਕਿਉਂਕਿ ਕੋਈ ਬੱਚਾ ਘਰੋਂ ਕੋਈ ਕੰਮ ਨਹੀਂ ਕਰਕੇ ਆਇਆ, ਕੋਈ ਹੋਮਵਰਕ ਨਹੀਂ ਕਰਕੇ ਆਇਆ, ਇੱਥੇ ਆ ਜੇ ਮੈਂ ਉਹਨੂੰ ਝਿੜਕਣ ਲੱਗ ਜਾਂ, ਮੈਂ ਉਹਨੂੰ ਕੁੱਟਣ ਲੱਗ ਜਾਂ, ਘਰੇ ਜਾ ਕੇ ਦੇਖੀਏ ਤਾਂ ਉਹਦੀ ਕੰਡੀਸ਼ਨ ਹੀ ਹੋਰ ਹੈ। ਉਹਦੇ ਮਾਂ ਪਿਓ ਦਿਹਾੜੀ ਕਰਨ ਗਏ ਹੈ, ਉਹ ਛੋਟੇ ਬੱਚੇ ਨੂੰ ਪਾਲਦਾ ਘਰੇ ਰੱਖ ਕੇ, ਤਾਂ ਉੱਥੇ ਐਂ ਲੱਗਦਾ ਵੀ ਯਾਰ ਇਹ ਸਾਰੀ ਜ਼ਿੰਮੇਵਾਰੀ ਹੀ ਮੇਰੀ ਹੈ। ਤਾਂ ਉਹਨਾਂ ਪੇਰੈਂਟਸ ਦੇ ਲਈ ਉਹ ਸਾਡੇ ਜਿਹੜੇ ਪੇਰੈਂਟਸ ਬਾਰੇ ਜਦੋਂ ਅਸੀਂ ਸੋਚਦੇ ਹਾਂ
ਸਬਜੈਕਟ ਹੈ ਉਹ ਸਾਡਾ ਇੱਕ ਮੋਟੀਵੇਸ਼ਨ ਦਾ ਵਿਸ਼ਾ ਬਣਦਾ ਹੈ। ਸਾਨੂੰ ਐਂ ਲੱਗਦਾ ਕਿ ਹੋਰ ਵੀ ਸਾਡੀ ਜ਼ਿੰਮੇਵਾਰੀ ਹੋਰ ਵੱਡੀ ਹੈ, ਸਾਨੂੰ ਆਪਣੀ ਜ਼ਿੰਮੇਵਾਰੀ ਦੀ ਹਾਈਟ ਦਾ ਅੰਦਾਜ਼ਾ ਹੁੰਦਾ ਹੈ ਅਤੇ ਫਿਰ ਹੋਰ ਮਿਹਨਤ ਕਰਨ ਨੂੰ ਮਨ ਕਰਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਸੋਚਦੇ ਹਾਂ। ਸਿਆਣੇ ਕਹਿੰਦੇ ਕਿ ਜਿਸ ਨੇ ਆਪ ਦਰਦ ਹੰਢਾਇਆ ਹੋਵੇ ਉਹਨੂੰ ਦੂਸਰੇ ਦਾ ਦਰਦ ਸਮਝਣਾ ਸੌਖਾ ਹੋ ਜਾਂਦਾ। ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਤੁਹਾਡੇ ਮਾਪਿਆਂ ਨੇ ਤੁਹਾਨੂੰ ਬਹੁਤ ਮਿਹਨਤ ਹੱਥੀਂ ਕਰਕੇ ਪੜ੍ਹਾਇਆ ਅਤੇ ਅੱਜ ਤੁਸੀਂ ਆਮ ਜਿਹੜਾ ਸਮਾਜ ਹੈ ਸਾਡਾ ਉਹਦਾ ਦਰਦ ਸਮਝੇ ਆ। ਪਰ ਆਪਾਂ ਜੇ ਹੁਣੇ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਸਰਕਾਰ ਬਦਲੀ ਆ, ਨਵੀਂ ਸਰਕਾਰ ਭਗਵੰਤ ਸਿੰਘ ਮਾਨ ਦੀ ਆਈ ਆ, ਤਾਂ ਉਹਦਾ ਤਾਂ ਮੋਟਿਵ ਵੀ ਇਹ ਸੀਗਾ ਸਿਹਤ ਸਹੂਲਤ, ਸਿੱਖਿਆ ਦੀ ਸਹੂਲਤ, ਇਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਅਸੀਂ ਅੱਗੇ ਵਧਾਂਗੇ ਪੰਜਾਬ ਦੇ ਵਿੱਚ। ਜਿਹੜੀ ਕਿ ਸਰਕਾਰੀ ਸਿੱਖਿਆ ਜਿਹੜੀ ਸੀ ਆਪਾਂ ਨੂੰ ਵੀ ਪਤਾ ਵੀ ਕਿੱਥੇ ਹਾਲਾਤ ਨੇ। ਕੀ ਨਵੀਂ ਸਰਕਾਰ ਤੋਂ ਕੀ ਆਸ ਹੈ ਤੁਹਾਨੂੰ? ਇੱਕ ਗੱਲ। ਦੂਸਰਾ ਕਿ ਤੁਹਾਡੇ ਸਕੂਲ ਦੇ ਵਿੱਚ ਉਹ ਕਿਹੜਾ ਸਟਰਕਚਰ ਆ ਜਿਹੜਾ ਸਟਰਕਚਰ ਇਸ ਵਕਤ ਇਸ ਬੱਚਿਆਂ ਦੇ ਮਿਆਰ ਦਾ ਤੁਹਾਡੇ ਕੋਲ ਮੌਜੂਦ ਆ ਅਤੇ ਕਿਹੜੀ ਚੀਜ਼ ਦੀ ਲੋੜ ਹੈ? ਸਰ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕਿਤੇ ਵੀ ਕੰਮ ਕਰਨਾ ਹੁੰਦਾ ਹੈ ਜਾਂ ਕਰਾਉਣਾ ਹੁੰਦਾ ਹੈ, ਆਪਾਂ ਨੂੰ ਇੱਕ ਟੀਮ ਚਾਹੀਦੀ ਹੁੰਦੀ ਹੈ ਵੀ ਅਗਰ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਬੈਕਅਪ ਕਰਦੇ ਹਾਂ, ਇਹਨਾਂ ਨੂੰ ਕੋਈ ਥੋੜ੍ਹੀ ਜਿਹੀ ਮਦਦ ਕਰਦੇ ਹਾਂ ਅਤੇ ਗਾਂਹ ਵੀ ਕਰਨ ਵਾਲੇ ਹੋਣ। ਮਤਲਬ ਪਿਛਲੇ ਕੁਛ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ 90-95% ਟੀਚਰ ਇੰਨੇ ਕੁ ਜ਼ਿਆਦਾ ਐਕਟਿਵ ਨੇ, ਉਹ ਇੰਨੀ ਕੁ ਜ਼ਿਆਦਾ ਆਪਣੀ ਕੋਸ਼ਿਸ਼ ਕਰ ਰਹੇ ਨੇ ਫੰਡਸ ਅਰੇਂਜ ਕਰਨ ਦੀ, ਚਾਹੇ ਉਹ ਆਪਣੇ ਕੋਲੋਂ ਲਾਉਣ, ਚਾਹੇ ਉਹ ਕਿਸੇ ਡੋਨੇਸ਼ਨ ਦੇ ਬੇਸ 'ਤੇ ਲਾਉਣ, ਚਾਹੇ ਕੋਈ ਸਰਕਾਰ ਦੀ ਕੋਈ ਮਦਦ ਆਉਂਦੀ ਹੈ ਤਾਂ ਉਹਦੇ ਵਿੱਚ ਹੋਰ ਪਲੱਸ ਕਰਕੇ ਉਸ ਚੀਜ਼ ਨੂੰ ਵਧੀਆ ਬਣਾਉਣ। ਪਿਛਲੇ 3-4 ਸਾਲਾਂ ਦੇ ਵਿੱਚ ਬੜੇ ਜ਼ਿਆਦਾ ਟੀਚਰ ਐਕਟਿਵ ਹੈ। ਹੁਣ ਸਿਰਫ ਉਹਨਾਂ ਨੂੰ ਕੀ ਲੋੜ ਹੈ, ਦੇਖੋ ਕੋਈ ਵੀ ਕੰਮ ਕਰਨਾ ਹੈ ਆਪਾਂ ਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ। ਟੀਮ ਆਲਰੇਡੀ ਬਣੀ ਬਣਾਈ ਸਾਡੇ ਕੋਲ ਬੈਠੀ ਹੈ, ਤਾਂ ਹੁਣ ਥੋੜ੍ਹਾ ਜਿਹਾ ਉਹਨਾਂ ਨੂੰ ਪੁਸ਼ਅਪ ਦੀ ਥੋੜ੍ਹੀ ਜਿਹੀ ਮਦਦ ਦੀ ਲੋੜ ਹੈ, ਤਾਂ ਉਹਦਾ ਆਊਟਪੁੱਟ ਤੁਸੀਂ ਆਪਣੇ ਆਪ ਦੇਖੋਗੇ ਵੀ ਕੀ ਨਿਕਲਦਾ ਹੈ। ਅਗਰ ਸਰਕਾਰ ਵੱਲੋਂ ਦੇਖੋ, ਇੱਕ ਨਾ ਮੈਂ ਸਕਿੱਟ ਦੇਖਦਾ ਹੁੰਦਾ ਸੀ ਭਗਵੰਤ ਮਾਨ ਜੀ ਦੀ, ਉਹ ਕੁਛ ਸਟੂਡੈਂਟ ਬੈਠੇ ਹੈ ਔਰ ਇੱਕ ਟੀਚਰ ਹੈ, ਉਹ ਟੀਚਰ ਹਾਜ਼ਰੀ ਲਾਉਂਦਾ ਹੈ, ਉਹ 3-4 ਸਟੂਡੈਂਟ ਬੈਠੇ ਹੁੰਦੇ ਹੈ, ਤਾਂ ਉੱਥੇ ਭਗਵੰਤ ਮਾਨ ਜੀ ਕੀ ਕਹਿੰਦੇ ਹੈ ਵੀ ਸਰ ਤੁਸੀਂ ਇਹ ਸਾਡੀ ਹਾਜ਼ਰੀ ਲਾਉਣ ਨੂੰ ਅਸੀਂ 3 ਤਾਂ ਟੋਟਰੂ ਹਾਂ, ਸਾਡੀ ਕੀ ਹਾਜ਼ਰੀ ਲਾਉਣੀ ਹੈ? ਇਹ ਮਾਨਵ ਮੰਗਲ ਸਕੂਲ ਹੈ ਵੀ ਜਿਹੜੀ ਤੁਸੀਂ ਹਾਜ਼ਰੀ ਲਾਉਣੀ ਹੋ? ਮਾਨਵ ਮੰਗਲ ਸਕੂਲ ਮੈਂ ਤਾਂ ਉਸ ਟਾਈਮ ਨਹੀਂ ਦੇਖਿਆ ਸੀ, ਤਾਂ ਮੇ ਬੀ ਉਹ ਵੱਡਾ ਹੋਊ ਇੰਸਟੀਚਿਊਟ ਕੋਈ ਔਰ ਉਹਦੇ ਵਿੱਚ ਸਟਰੈਂਥ ਵੀ ਜ਼ਿਆਦਾ ਹੋਊ। ਮੈਂ ਇਹ ਸੋਚਦਾ ਹੁੰਦਾ ਕਿ ਹੁਣ ਭਗਵੰਤ ਮਾਨ ਜੀ CM ਬਣ ਗਏ, ਉਹ ਸਾਡੀ ਸਪੋਰਟ ਕਰਨ, ਸਾਰੇ ਟੀਚਰਾਂ ਦੀ ਸਪੋਰਟ ਕਰਨ ਔਰ ਉਹਦਾ ਆਊਟਪੁੱਟ ਦੇਖਣ, ਕਿਸੇ ਵੀ ਟੀਚਰ 'ਤੇ ਕੋਈ ਸ਼ੱਕ ਦੀ ਭਾਵਨਾ ਨਾ ਰੱਖਣ। ਬਹੁਤ ਸਮਰਪਿਤ ਨੇ ਅੱਜ ਦੇ ਟਾਈਮ ਦੇ ਵਿੱਚ ਟੀਚਰ, ਹੁਣ ਵਿਹਲੇ ਬਹਿਣ ਵਾਲੀ ਕੋਈ ਗੱਲ ਨਹੀਂ, ਉਹ ਮਦਦ ਕਰਨ। ਅਸੀਂ ਇਸ ਨੂੰ ਮਾਨਵ ਮੰਗਲ ਦੀ ਤਰ੍ਹਾਂ ਵੱਡਾ ਇੰਸਟੀਚਿਊਟ, ਵੱਡਾ ਸਕੂਲ ਬਣਾ ਕੇ ਦਿਖਾਵਾਂਗੇ। ਹੁਣ ਟੀਚਰ ਨੂੰ ਸਿਰਫ ਕੀ ਚਾਹੀਦਾ, ਇੱਕ ਥੋੜ੍ਹੀ ਮੋਟੀਵੇਸ਼ਨ, ਇੱਕ ਸਪੋਰਟ, ਇੱਕ ਜੋ ਬੇਸਿਕ ਨੀਡਸ ਨੂੰ ਪੂਰਾ ਕਰਨਾ ਔਰ ਸਰਕਾਰ ਦੀ ਸਪੋਰਟ। ਜਿੱਥੇ ਟੀਚਰ 'ਤੇ ਸਰਕਾਰ ਵਿਸ਼ਵਾਸ ਕਰੇ, ਜਿਹੜੀ ਚੀਜ਼ ਦੀ ਲੋੜ ਹੈ ਉਸ ਨੂੰ ਅਵੇਲੇਬਲ ਕਰਵਾਵੇ ਔਰ ਜਿੰਨੀਆਂ ਵੀ ਇਹਦੀਆਂ ਨੀਤੀਆਂ ਬਣ ਉਹ ਸਕੂਲਾਂ ਦੇ ਵਿੱਚ ਵਿਜ਼ਿਟ ਕਰਕੇ ਟੀਚਰਸ ਨਾਲ ਰਹਿ ਕਰਕੇ ਬਣ। ਫਿਰ ਦੇਖਿਓ ਤੁਸੀਂ ਕਿੱਧਰ ਨੂੰ ਜਾਂਦਾ ਸਿਸਟਮ ਔਰ ਕਿੰਨਾ ਜ਼ਿਆਦਾ ਇਸ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈ। ਮੈਂ ਇਹ ਵਾਰ-ਵਾਰ ਇਹ ਚੀਜ਼ ਸੋਚਦਾ ਹੁੰਦਾ ਵੀ ਟੀਮ ਹੁਣ ਟੀਚਰਾਂ ਦੀ ਜੋ ਟੀਮ ਹੈ, ਅਧਿਆਪਕਾਂ ਦੀ ਟੀਮ ਹੈ, ਇੰਨੀ ਜ਼ਿਆਦਾ ਐਕਟਿਵ ਅਤੇ ਗਰਮ ਹੋਈ ਬੈਠੀ ਹੈ, ਉਸ ਨੂੰ ਹਲਕਾ ਜਿਹਾ ਪੁਸ਼ਅਪ ਦੀ ਲੋੜ ਹੈ। ਅਗਰ ਸਰਕਾਰ ਇਹ ਕਰਦੀ ਹੈ ਤਾਂ ਬਹੁਤ ਵਧੀਆ ਆਊਟਪੁੱਟ ਨਿਕਲਣਾ ਜੀ। ਰਜਿੰਦਰ ਜੀ, ਤੁਹਾਡਾ ਮੈਸੇਜ ਬੜਾ ਵਧੀਆ, ਅਤੇ ਪਰ ਕੀ ਉਹਨਾਂ ਲੋਕਾਂ ਨੂੰ ਮੈਸੇਜ ਦੇਣੇ ਭਾਵੇਂ ਕੁਛ ਪਰਸੈਂਟੇਜ ਹੀ ਹੋਣ, ਜਿਹੜੇ ਮਤਲਬ 70-80 ਹਜ਼ਾਰ ਜਾਂ ਲੱਖ ਰੁਪਈਆ ਤਨਖਾਹ ਲੈ ਕੇ ਸਿਰਫ ਇੱਕ ਆਪਣੀ ਟਾਈਮ ਪਾਸ ਕਰਨ ਆਉਂਦੇ ਨੇ ਸਕੂਲਾਂ ਵਿੱਚ ਆਣ ਕੇ, ਉਹ ਆਪਣੀ ਉਹ ਜ਼ਿੰਮੇਵਾਰੀ ਜਿੱਦਾਂ ਤੁਸੀਂ ਨਿਭਾ ਰਹੇ ਆ ਇੱਦਾਂ ਨਹੀਂ ਨਿਭਾਉਂਦੇ, ਪਰ ਸਿਰਫ ਇੱਕ ਉਹਨਾਂ ਨੂੰ ਇਹ ਹੈਗਾ ਵੀ ਅਸੀਂ ਸਵੇਰੇ ਆ ਗਏ 9 ਵਜੇ, 8 ਵਜੇ ਆ ਗਏ ਤਾਂ ਸ਼ਾਮ ਨੂੰ 2 ਵਜੇ ਚਲੇ ਗਏ। ਉਹਨਾਂ ਟੀਚਰਾਂ ਲਈ ਕੀ ਸੰਦੇਸ਼ ਹੈ? ਸਰ ਇਸ ਤਰ੍ਹਾਂ ਵੀ ਦੇਖੋ, ਜਦੋਂ 90-95% ਟੀਚਰ ਇੰਪਰੂਵਡ ਹੋ ਗਏ, ਬਹੁਤ ਜ਼ਿਆਦਾ ਕੰਮ ਕਰਨ ਲੱਗ ਗਏ, ਸਿਰਫ ਲੋੜ ਹੁੰਦੀ ਹੈ ਮੋਟੀਵੇਸ਼ਨ ਦੀ। ਕਿਸੇ ਤੋਂ ਵੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਿਸੇ ਤੋਂ ਆਪਾਂ ਦਬਕੇ ਨਾਲ, ਰੋਹਬ ਨਾਲ ਕੰਮ ਨਹੀਂ ਕਰਵਾ ਸਕਦੇ, ਉਸ ਤੋਂ ਪਿਆਰ ਨਾਲ, ਐਪਰੀਸੀਏਸ਼ਨ ਨਾਲ ਉਹ ਤੋਂ ਕੰਮ ਕਰਵਾ ਸਕਦੇ ਹਾਂ। ਔਰ ਇੱਕ ਦੂਜੇ ਨੂੰ ਦੇਖ ਕੇ ਹੌਲੀ ਹੌਲੀ ਅਸੀਂ ਸਿੱਖਣਾ ਹੁੰਦਾ। ਤਾਂ ਜਦੋਂ 90-95% ਵਧੀਆ ਵਰਕ ਕਰ ਰਹੇ ਨੇ, ਬਹੁਤ ਮਿਹਨਤ ਕਰ ਰਹੇ ਨੇ ਟੀਚਰ, ਜੇ ਕੋਈ 5-4% ਰਹਿੰਦੇ ਵੀ ਹੈ ਤਾਂ ਹੌਲੀ ਹੌਲੀ ਉਹ ਵੀ ਇੰਪਰੂਵਮੈਂਟ ਹੋ ਜਾਣਗੇ, ਉਹਨਾਂ ਦੇ ਵਿੱਚ ਵੀ ਇੰਪਰੂਵਮੈਂਟ ਹੋ ਜੂ, ਉਹ ਵੀ ਨਾਲ ਜੁੜ ਜਾਣਗੇ। ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਇਸ ਚੀਜ਼ ਨੂੰ। ਤੁਹਾਡੇ ਇਸ ਸਾਰੇ ਮਿਸ਼ਨ ਵਿੱਚ ਜਿਹੜਾ ਤੁਹਾਡਾ ਸਟਾਫ ਆ, ਚਾਹੇ ਤੁਹਾਡੇ ਟੀਚਰ ਨੇ, ਚਾਹੇ ਤੁਹਾਡੇ ਕੋਈ ਹੋਰ ਸਾਥੀ ਨੇ, ਉਹਨਾਂ ਬਾਰੇ 1-2 ਸ਼ਬਦ। ਸਰ ਮੈਂ ਖੁਸ਼ਕਿਸਮਤ ਹਾਂ
ਕਿ ਅੱਜ ਜੋ ਸਾਡਾ ਸਟਾਫ ਹੈ ਨਾ, ਸਾਡਾ ਸਟਾਫ ਬਹੁਤ ਵਧੀਆ ਹੈ, ਸਾਡੇ ਹੈੱਡ ਟੀਚਰ ਬਹੁਤ ਵਧੀਆ ਹੈ। ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨੀ ਹੈ ਕਿ ਕੋਈ ਵੀ ਇੰਸਟੀਚਿਊਟ ਦੇ ਵਿੱਚ ਕੋਈ ਹੈੱਡ ਹੁੰਦਾ ਹੈ, ਉਹਦੀ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ, ਉਸ ਦਾ ਭੂਮਿਕਾ ਹੁੰਦੀ ਹੈ। ਉਸਨੇ ਸਾਰੇ ਸਟਾਫ ਨੂੰ ਇਕੱਠਾ ਵੀ ਰੱਖਣਾ ਹੁੰਦਾ ਹੈ, ਕਿਉਂਕਿ ਇੱਕ ਪਰਿਵਾਰ ਦੇ ਵਿੱਚ ਵੀ ਆਪਾਂ ਸਾਰੇ ਮੈਂਬਰ ਹੈ ਜਿਹੜੇ ਉਹ ਇੱਕੋ ਜਿਹੇ ਨਹੀਂ ਹੁੰਦੇ, ਅਤੇ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੁਚੀਆਂ ਹੁੰਦੀਆਂ, ਟੈਲੈਂਟ ਹੁੰਦੇ ਆ, ਔਰ ਵੱਖ-ਵੱਖ ਤਰ੍ਹਾਂ ਦੀਆਂ ਵਿਚਾਰ ਹੁੰਦੇ ਆ। ਤਾਂ ਇੱਕ ਉਹਦੀ ਬਹੁਤ ਮਹੱਤਵਪੂਰਨ ਰੋਲ ਹੁੰਦਾ ਇੱਕ ਹੈੱਡ ਦਾ। ਉਹਨੂੰ ਕੀ ਚਾਹੀਦਾ ਹੁੰਦਾ ਹੈ ਕਿ ਵੀ ਉਹ ਸਾਰੇ ਟੀਚਰਾਂ ਦੀਆਂ ਗੱਲਾਂ ਨੂੰ ਸੁਣੇ, ਹਰ ਇੱਕ ਦੇ ਟੈਲੈਂਟ ਨੂੰ ਪਹਿਚਾਣੇ, ਕਿਸੇ ਵੀ ਤਰਫ ਉਹ ਇੰਪਲਸਿਵ ਨਾ ਹੋਵੇ ਵੀ ਇੱਕ ਨਾਲ ਅਟੈਚਮੈਂਟ ਹੈ ਦੂਸਰੇ ਨਾਲ ਨਹੀਂ। ਤਾਂ ਉਹ ਸਾਰੇ ਜਿਹੜੇ ਸਟਾਫ ਹੈ ਉਸ ਦੇ ਟੈਲੈਂਟਸ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਜਿਵੇਂ ਕੋਈ ਵਰਤੋਂ ਚਾਹੁੰਦਾ ਉਸ ਨੂੰ ਵਰਤੇ, ਉਸ ਦਾ ਆਊਟਪੁੱਟ ਵਧੀਆ ਨਿਕਲਦਾ ਹੈ। ਔਰ ਸਾਡੀ ਖੁਸ਼ਕਿਸਮਤੀ ਹੈ ਵੀ ਸਾਡੇ ਜੋ ਹੈੱਡ ਟੀਚਰ ਹੈ ਉਹ ਬੜੇ ਵਧੀਆ ਇਨਸਾਨ ਨੇ। ਔਰ ਇੱਕ ਹੋਰ ਚੀਜ਼ ਹੈ, ਬੰਦਾ ਘੁਟਨ ਦੇ ਵਿੱਚ, ਲਿਮੀਟੇਸ਼ਨਸ ਦੇ ਵਿੱਚ ਕੰਮ ਨਹੀਂ ਕਰਦਾ ਹੁੰਦਾ। ਬੰਦੇ ਨੂੰ ਜਦੋਂ ਆਜ਼ਾਦੀ ਮਿਲਦੀ ਹੈ ਨਾ, ਆਜ਼ਾਦੀ ਦੇ ਵਿੱਚ ਉਹ ਕੰਮ ਡਬਲ ਕਪੈਸਿਟੀ ਦੇ ਨਾਲ ਕਰਦਾ ਹੁੰਦਾ ਹੈ। ਤਾਂ ਸਾਡੇ ਹੈੱਡ ਟੀਚਰ ਇਸ ਤਰ੍ਹਾਂ ਦੇ ਨੇ ਕਿ ਸਾਰੇ ਅਸੀਂ ਭੈਣ ਭਰਾਵਾਂ ਦੀ ਤਰ੍ਹਾਂ, ਦੋਸਤਾਂ ਦੀ ਤਰ੍ਹਾਂ ਰਹਿੰਦੇ ਹਾਂ। ਔਰ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਟੀਚਰ ਨੇ ਕੋਈ ਫੈਸਲਾ ਲੈਣਾ ਹੁੰਦਾ ਹੈ ਤਾਂ ਸਾਨੂੰ ਕਦੇ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਅਤੇ ਸਾਰਾ ਸਟਾਫ ਅਸੀਂ ਇੱਕ ਯੂਨਿਟ ਦੀ ਤਰ੍ਹਾਂ ਸਾਰੇ ਆਪਣੀ ਆਪਣੀ ਰਿਸਪੋਂਸੀਬਿਲਿਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ। ਮਤਲਬ ਇਹ ਸਾਡੀ ਖੁਸ਼ਕਿਸਮਤੀ ਹੈ ਵੀ ਸਾਡੇ ਕੋਲ ਵਧੀਆ ਹੈੱਡ ਹੈ, ਸਾਡੇ ਕੋਲ ਸਾਰਾ ਸਟਾਫ ਬਹੁਤ ਵਧੀਆ ਹੈ। ਰਜਿੰਦਰ ਜੀ, ਕਈ ਵਾਰੀ ਕੀ ਸਾਥੀ ਹੁੰਦੇ, ਮਿੱਤਰ ਵੀ ਹੁੰਦੇ ਆ, ਉਹ ਕਹਿੰਦੇ ਹੁੰਦੇ ਉਹ ਵੀ ਮਾਸਟਰ ਜੀ ਕਿੱਥੇ ਤੁਸੀਂ ਕਮਲੇ ਹੋਏ ਫਿਰਦੇ, ਝਾੜੂ ਮਾਰਦੇ ਫਿਰਦੇ ਆ, ਆਰਾਮ ਨਾਲ ਤਨਖਾਹ ਲਓ, ਸਰਾਣੇ ਥੱਲੇ ਬਾਂਹ ਦੇ ਕੇ ਸੌਵੋ। ਹਾਂਜੀ ਸਰ, ਹੁੰਦੇ ਹੈ ਕੁਛ ਟੀਚਰ, ਪਰ ਅਸੀਂ ਕੁਛ ਲੋਕ ਵੀ ਕਹਿ ਦਿੰਦੇ ਆ ਇਹ ਗੱਲਾਂ। ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਇਹਨਾਂ ਗੱਲਾਂ 'ਚ ਉਲਝਣ ਦਾ, ਵੀ ਅਸੀਂ ਕਿਸੇ ਦੇ ਇਹਨਾਂ ਗੱਲਾਂ ਵੱਲ ਧਿਆਨ ਦਈਏ ਜਾਂ ਉਹ ਗੱਲਾਂ ਸੁਣ ਕੇ ਅਸੀਂ ਆਪਣਾ ਕੰਮ ਛੱਡੀਏ। ਸਾਡਾ ਕੰਮ ਹੈ, ਅਸੀਂ ਉਸ ਨੂੰ ਇਸੇ ਤਰ੍ਹਾਂ ਕਰਦੇ ਰਹਿੰਦੇ। ਲੋਕਾਂ ਨੇ ਤਾਂ ਕੁਛ ਵੀ ਕਰੋ, ਕੁਛ ਨਾ ਕੁਛ ਕਹਿੰਦੇ ਹੀ ਰਹਿੰਦੇ, ਬਟ ਅਸੀਂ ਕਿੰਨੇ ਵਜੇ ਆਉਂਦੇ ਅਤੇ ਕਿੰਨੇ ਵਜੇ ਜਾਂਦੇ? ਸਰ ਟਾਈਮ ਜਿਹੜਾ ਆਉਣ ਦੀ ਨਾ ਕੋਈ ਲਿਮਟ ਨਹੀਂ, ਨਾ ਹੀ ਕਦੇ ਕੋਈ ਜਾਣਦੀ ਹੈ। ਕਈ ਵਾਰੀ ਸਕੂਲ 'ਚ 5 ਵਜੇ ਵੀ ਆ ਜਾਈਦਾ ਹੈ, ਔਰ ਕਈ ਵਾਰੀ ਰਾਤ ਨੂੰ 10-11 ਵੀ ਇੱਥੇ ਵੱਜ ਜਾਂਦੇ ਹੈ। ਕੋਈ ਕੰਮ ਹੁੰਦਾ ਉਸ ਨੂੰ ਅਸੀਂ ਨੇਪਰੇ ਚੜਾਉਣਾ ਹੁੰਦਾ, ਕੰਪਲੀਟ ਕਰਨਾ ਹੁੰਦਾ, ਕਿਉਂਕਿ ਕੋਈ ਵੀ ਕੰਮ ਹੈ ਨਾ ਸਾਡੇ ਕੋਲ ਜੋ ਵਲੰਟੀਅਰਸ ਆਉਂਦੇ ਆ ਕੰਮ ਕਰਨ ਵਾਸਤੇ, ਤਾਂ ਅਸੀਂ ਆਪਣੇ ਸਮੇਂ ਨੂੰ ਉਹਨਾਂ ਦੇ ਮੁਤਾਬਕ ਅਰੇਂਜ ਕਰਦੇ ਹਾਂ, ਕਿਉਂਕਿ ਉਹ ਆਪਣਾ ਟਾਈਮ ਕੱਢ ਕੇ ਆਇਆ ਸਾਡੇ ਨਾਲ ਕੰਮ ਕਰਾਉਣ ਲਈ, ਇਸ ਇੰਸਟੀਚਿਊਟ ਦੇ ਵਿੱਚ ਸੇਵਾ ਕਰਨ ਦੇ ਲਈ। ਅਤੇ ਜੇ ਅਸੀਂ ਨਾ ਅਵੇਲੇਬਲ ਹੋਈਏ ਤਾਂ ਮਾੜੀ ਗੱਲ ਹੈ। ਤਾਂ ਉਹ ਜਦੋਂ ਵੀ ਵਲੰਟੀਅਰਸ ਆਉਂਦੇ ਆ ਕੰਮ ਕਰਨ ਲਈ, ਅਸੀਂ ਉਹਨਾਂ ਦੇ ਲਈ ਹਾਜ਼ਰ ਹੁੰਦੇ ਹਾਂ। ਤੁਹਾਡਾ ਕੰਮ ਦੇਖ ਕੇ, ਤੁਹਾਡਾ ਸਕੂਲ ਦੇਖ ਕੇ ਗੱਲਾਂ ਕਰਨ ਤੋਂ ਮਨ ਇਸ ਵਕਤ ਹੋਰ ਆ ਰਿਹਾ। ਇੱਕ ਸਵਾਲ ਜਾਂਦੇ ਜਾਂਦੇ ਹੋਰ ਪੁੱਛ ਲੈਂਦੇ ਵੀ ਜਿਹੜੇ ਬੱਚੇ ਕਈ ਵਾਰੀ ਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਥੋੜ੍ਹੇ ਕਮਜ਼ੋਰ ਹੁੰਦੇ ਆ, ਉਹਨਾਂ ਨੂੰ ਫਿਰ ਆਫਟਰ ਡਿਊਟੀ ਤੁਸੀਂ ਕੋਈ ਟਿਊਸ਼ਨ ਵਗੈਰਾ ਦਾ ਜਾਂ ਇਸ ਤਰ੍ਹਾਂ ਦਾ ਪੜ੍ਹਾਈ ਦਾ ਵੀ ਕਰਦੇ ਹੋ? ਸਰ ਇਸ ਤਰ੍ਹਾਂ ਹੈ, ਟਿਊਸ਼ਨ ਨਹੀਂ, ਪਰ ਉਹਨਾਂ ਦੀਆਂ ਵਾਧੂ ਕਲਾਸਿਸ ਮੈਂ ਇੱਥੇ ਲਗਾਉਣੇ ਆ। ਅਸੀਂ ਐਕਸਟਰਾ ਟਾਈਮ ਦਿੰਦੇ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਬੱਚਾ ਥੋੜ੍ਹਾ ਜਿਹਾ ਵੀਕ ਹੈ ਜਾਂ ਉਹਨੂੰ ਵੱਧ ਸਮੇਂ ਦੀ ਲੋੜ ਹੈ। ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਹੈ, ਕੁਛ ਘਰੇਲੂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਕਿ ਬੱਚੇ ਦੇ ਉੱਪਰ ਅਸਰ ਪਾਉਂਦੀਆਂ, ਉਸ ਦੀ ਆਊਟਪੁੱਟ ਨੂੰ ਘਟਾਉਂਦੀਆਂ, ਬੱਚੇ ਦੀ ਕੰਸਨਟ੍ਰੇਸ਼ਨ ਨਹੀਂ ਬਣ ਪਾਉਂਦੀ। ਕੋਈ ਵੀ ਬੱਚਾ ਮੈਂਟਲੀ ਤੌਰ 'ਤੇ ਇਸ ਤਰ੍ਹਾਂ ਕੋਈ ਬਾਹਲਾ ਵਖਰੇਵਾਂ ਨਹੀਂ ਹੁੰਦਾ। ਉਹ ਕੁਛ ਹਾਲਾਤ ਹੁੰਦੇ ਆ, ਕੁਛ ਘਰ ਦੇ ਜਾਂ ਕੁਛ ਡਾਈਟ ਦੇ, ਕੋਈ ਐਟਮੋਸਫੀਅਰ ਦੇ, ਜਿਹੜੇ ਉਸ ਦੀ ਕੰਸਨਟ੍ਰੇਸ਼ਨ ਨੂੰ ਘਟਾਉਂਦੇ ਆ। ਉਸ ਨੂੰ ਥੋੜ੍ਹਾ ਜਿਹਾ ਮਤਲਬ ਪੁਸ਼ਅਪ ਮਿਲ ਜੇ, ਉਹਦੀ ਥੋੜ੍ਹੀ ਜਿਹੀ ਉਹਨੂੰ ਮਦਦ ਮਿਲ ਜੇ, ਉਹਨੂੰ ਥੋੜ੍ਹਾ ਵੱਖਰਾ ਸਮਾਂ ਮਿਲ ਜੇ ਤਾਂ ਉਹ ਕਵਰ ਕਰ ਜਾਂਦਾ। ਤਾਂ ਜਿਹੜੇ ਬੱਚੇ ਸਾਨੂੰ ਇਸ ਤਰ੍ਹਾਂ ਲੱਗਦੇ ਹੈ ਤਾਂ ਅਸੀਂ ਸ਼ਾਮ ਨੂੰ, ਜਿਵੇਂ ਹੁਣ 2 ਵਜੇ ਛੁੱਟੀ ਹੋ ਗਈ, ਮੈਂ 3 ਵਜੇ ਵਾਪਸ ਆ ਜਾਂਦਾ ਸਕੂਲ, ਔਰ 3 ਤੋਂ 5, 5:30 ਵਜੇ ਤੱਕ ਬੱਚਿਆਂ ਦਾ ਇੱਥੇ ਉਹਨਾਂ ਦੀ ਕਲਾਸ ਲਾਈ ਦੀ ਹੈ ਜੀ। ਰਜਿੰਦਰ ਜੀ, ਤੁਹਾਡਾ ਕੰਮ ਅਤੇ ਤੁਹਾਡਾ ਸਕੂਲ ਦੇਖ ਕੇ ਬੜਾ ਮਨ ਖੁਸ਼ ਹੋਇਆ। ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ ਜੀ, ਧੰਨਵਾਦ। ਰਜਿੰਦਰ ਜੀ ਦਾ ਮੰਨਣਾ ਆ ਕਿ ਜੇਕਰ ਕੰਮ ਨੂੰ, ਆਪਣੀ ਜੌਬ ਨੂੰ ਇੱਕ ਮਿਸ਼ਨ ਬਣਾ ਲਿਆ ਜਾਵੇ ਤਾਂ ਸਾਨੂੰ ਕਿਤੇ ਵੀ ਜਾ ਕੇ ਹੋਰ ਸੇਵਾ ਕਰਨ ਦੀ ਜ਼ਰੂਰਤ ਨਹੀਂ। ਸੇਵਾ ਅਸੀਂ ਆਪਣੇ ਜੌਬ ਦੇ ਵਿੱਚ, ਆਪਣੇ ਕੰਮ ਵਿੱਚ ਹੀ ਕਰ ਸਕਦੇ ਹਾਂ। ਜੇਕਰ 100-125 ਬੱਚੇ ਵਾਲਾ ਸਕੂਲ ਅੱਜ 300 ਤੇ ਪਲੱਸ ਬੱਚਿਆਂ ਦੀ ਸਟਰੈਂਥ ਲੈ ਕੇ ਆਪਣੇ ਸਾਥੀ ਸਟਾਫ ਦੇ ਨਾਲ ਇਸ ਵਕਤ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਆਪਣਾ ਨਾਮ ਬਣਾ ਕੇ ਬੈਠਾ, ਤੇ ਉਹ ਰਜਿੰਦਰ ਜੀ ਦੀ ਮਿਹਨਤ ਕਰਕੇ ਆ। ਸਕੂਲ ਦੇ ਵਿੱਚ ਝਾੜੂ ਮਾਰਨ ਤੋਂ ਲੈ ਕੇ ਓਵਰ ਟਾਈਮ ਲਾ ਕੇ ਬੱਚਿਆਂ ਨੂੰ ਉਹਨਾਂ ਦੇ ਟੀਚੇ ਤੱਕ ਪਹੁੰਚਾਉਣ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ, ਤੇ ਧਰਮ ਪਤਨੀ ਤੇ ਪਰਿਵਾਰ ਵੱਲੋਂ ਵੀ ਪੂਰੀ ਇਸ ਵਕਤ ਉਹਨਾਂ ਨੂੰ ਸਾਥ ਮਿਲ ਰਿਹਾ। ਜੇਕਰ ਰਜਿੰਦਰ ਜੀ ਤਰ੍ਹਾਂ ਪੰਜਾਬ ਦੇ ਬਾਕੀ ਸਕੂਲਾਂ ਵਿੱਚ ਵੀ ਟੀਚਰ ਇਸੇ ਤਰ੍ਹਾਂ ਵਰਕ ਕਰਨਗੇ, ਕੰਮ ਕਰਨਗੇ, ਤਾਂ ਆਉਣ ਵਾਲਾ ਸਮਾਂ
ਇਸ ਤਰ੍ਹਾਂ ਦਾ ਵੀ ਆਵੇਗਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਵਾਕਿਆ ਹੀ ਅੱਗੇ ਵਧਦੇ ਨਜ਼ਰ ਆਉਣਗੇ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਕੈਮਰਾ ਟੀਮ ਅਸ਼ਵਨੀ ਭਗਤ ਦੇ ਨਾਲ ਗੁਰਨਾਮ ਸਿੰਘ ਬਿਲਗਾ, ਬਾੜਾ ਭਾਈਕਾ, ਜ਼ਿਲ੍ਹਾ ਫਰੀਦਕੋਟ ਤੋਂ।